ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਸਭ ਲਈ ਇੱਕ ਬਹੁਤ ਹੀ ਵਧੀਆ ਕਲਾਸ ਲੈ ਕੇ ਆਏ ਹਾਂ, ਜਿਹੜੀ ਕਿ ਕਲਾਸ ਨੰਬਰ 8 ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਤੇ ਨਾਲ ਹੀ ਆਪਾਂ ਜਿਹੜੀ ਪਿਛਲੀ ਕਲਾਸ ਕੀਤੀ ਸੀ, ਠੀਕ ਹੈ ਜੀ, ਕਲਾਸ ਨੰਬਰ 7 ਕੀਤੀ ਸੀ, ਜਿਹਦੇ ਵਿੱਚ ਕਿ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਨਾਲ ਹੀ ਆਪਣੇ ਦਲ ਖਾਲਸਾ ਤੇ ਮਿਸਲਾਂ ਬਾਰੇ, ਸਿੱਖਾਂ ਦੀਆਂ ਜੋ ਮਿਸਲਾਂ ਸੀਗੀਆਂ 12 ਮਿਸਲਾਂ, ਉਹਨਾਂ ਬਾਰੇ ਪੜ੍ਹਿਆ ਸੀ। ਉਹਨਾਂ ਦੇ ਵੀ MCQ ਮੈਂ ਇਸ ਕਲਾਸ ਦੇ ਵਿੱਚ ਨਾਲ ਐਡ ਕਰਕੇ ਲੈ ਕੇ ਆਏ ਹਾਂ। ਪਹਿਲਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੂਰੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਉਸ ਤੋਂ ਬਾਅਦ ਆਪਾਂ ਇਹਨਾਂ ਦੋਨਾਂ ਕਲਾਸਾਂ ਦੇ 7 ਨੰਬਰ ਤੇ 8 ਨੰਬਰ ਕਲਾਸ ਦੇ ਆਪਾਂ MCQ ਕਰਾਂਗੇ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਸੈਸ਼ਨ। ਅੱਜ ਆਪਾਂ ਕਰਨ ਲੱਗੇ ਹਾਂ ਜੀ 8 ਨੰਬਰ ਕਲਾਸ, ਠੀਕ ਆ ਜੀ। ਹੁਣ ਇਹਦੇ ਵਿੱਚ ਕੀ ਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਤੇ। ਮਹਾਰਾਜਾ ਰਣਜੀਤ ਸਿੰਘ ਨੂੰ ਆਮ ਤੌਰ ਤੇ ਸ਼ੇਰੇ ਪੰਜਾਬ ਕਿਹਾ ਜਾਂਦਾ ਵਾ, ਠੀਕ ਆ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆ ਸਕਦਾ ਕਿ ਸ਼ੇਰੇ ਪੰਜਾਬ ਕਿਹਨਾਂ ਨੂੰ ਕਿਹਾ ਜਾਂਦਾ ਵਾ। ਸੋ ਮਹਾਰਾਜਾ ਰਣਜੀਤ ਸਿੰਘ ਤੁਸੀਂ ਟਿਕ ਕਰਨਾ ਵਾ। ਉਹ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਤਾਕਤਵਰ ਸ਼ਖਸੀਅਤ ਰਹੇ ਸੀ, ਠੀਕ ਹੈ ਜੀ। ਸਭ ਤੋਂ ਤਾਕਤਵਰ ਸ਼ਖਸੀਅਤ ਰਹੇ ਸੀ ਉਹ। ਉਹਨਾਂ ਦਾ ਜਨਮ 13 ਨਵੰਬਰ 1780 ਨੂੰ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਵਿੱਚ ਸੰਧਾਵਾਲੀਆ ਗੋਤ ਦੇ ਜੱਟ ਸਿੱਖ ਪਰਿਵਾਰ ਵਿੱਚ ਜਨਮ ਹੋਇਆ। ਦੇਖੋ ਜੀ, ਹੁਣ ਇਹਦੇ ਵਿੱਚ ਸਿੱਧਾ ਆਪਾਂ ਡਾਇਰੈਕਟ ਇਹਦੇ ਵਿੱਚ ਦੇਖਣਾ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਆਪਣਾ ਕੀ ਬਣਦਾ। 13 ਨਵੰਬਰ 1780 ਨੂੰ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ। ਜਿਹੜੇ ਮੈਂ ਤੁਹਾਡੇ ਇਹ ਰੈੱਡ ਕੀਤੇ ਹੁੰਦੇ ਨੇ ਨਾ, ਮਾਰਕ ਕੀਤੇ ਹੁੰਦੇ ਨੇ, ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੁੰਦਾ। ਬਾਕੀ ਜਿਹੜਾ ਹੁੰਦਾ ਵਾ, ਬਾਕੀ ਸਿਰਫ ਇੱਕ ਆਪਾਂ ਇਤਿਹਾਸ ਪੜ੍ਹ ਰਹੇ ਹਾਂ। ਇਤਿਹਾਸ ਆਪਾਂ ਸਿਰਫ ਇਹ ਲਿਖ ਕੇ ਨਹੀਂ ਪੜ੍ਹ ਸਕਦੇ। ਅਗਰ ਆਪਾਂ ਇਤਿਹਾਸ ਪੜ੍ਹਨਾ ਵਾ, ਚਾਹੇ ਪੰਜਾਬ ਦਾ ਪੜ੍ਹਨਾ, ਚਾਹੇ ਭਾਰਤ ਦਾ ਇਤਿਹਾਸ ਪੜ੍ਹਨਾ, ਉਹਨੂੰ ਆਪਾਂ ਇੱਕ ਕਹਾਣੀ ਦੇ ਵਾਂਗੂ ਹੀ ਪੜ੍ਹਨਾ ਵਾ, ਕਿਉਂਕਿ ਉਸੇ ਤਰ੍ਹਾਂ ਦੇ ਨਾਲ ਜੇਕਰ ਆਪਾਂ ਪੜ੍ਹਾਂਗੇ ਤਾਂ ਹੀ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਰਹੇਗੀ ਤੇ ਉਹਦੇ ਨਾਲ ਆਪਾਂ ਚੀਜ਼ਾਂ ਰਿਲੇਟ ਕਰਕੇ ਪੜ੍ਹ ਸਕਾਂਗੇ। ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅਗਲਾ। ਹੁਣ ਮੋਸਟ ਇੰਪੋਰਟੈਂਟ ਬਣਦਾ ਕਿ ਆਪ ਜੀ ਦੇ ਪਿਤਾ ਦਾ ਨਾਮ ਕੀ ਸੀ। ਆਪ ਜੀ ਦੇ ਪਿਤਾ ਦਾ ਨਾਮ ਸੀਗਾ ਜੀ ਸਰਦਾਰ ਮਹਾਂ ਸਿੰਘ। ਸ਼ੁਕਰਾਚਾਰੀਆ ਮਿਸਲ ਨਾਲ ਇਹ ਤਾਲੁਕਾਤ ਰੱਖਦੇ ਸੀ, ਠੀਕ ਆ। ਮਾਤਾ ਜੀ ਦਾ ਨਾਮ ਕੀ ਸੀ, ਸਰਦਾਰਨੀ ਰਾਜ ਕੌਰ, ਠੀਕ ਆ, ਯਾਦ ਕਰਨਾ ਇਹ। ਜਿੰਦ ਦੇ ਰਾਜਾ ਰਾਜਪਤ ਸਿੰਘ ਜੀ ਦੀ ਪੁੱਤਰੀ ਸੀ। ਸੋ ਇਹਨਾਂ ਦਾ ਪਹਿਲਾ ਨਾਮ, ਜਿਹੜਾ ਕਿ ਪਹਿਲਾ ਨਾਮ ਬਚਪਨ ਦਾ ਨਾਮ ਹੁੰਦਾ ਨਾ, ਉਹਨਾਂ ਦਾ ਨਾਮ ਬੁੱਧ ਸਿੰਘ ਸੀ। ਸੋ ਬਾਅਦ ਵਿੱਚ ਬਦਲ ਕੇ ਰਣਜੀਤ ਸਿੰਘ ਨਾਮ ਰੱਖ ਦਿੱਤਾ ਗਿਆ ਇਹਨਾਂ ਦਾ। ਸੋ ਰਣਜੀਤ ਸਿੰਘ ਜੋ ਸੀਗੇ ਨਾ, ਉਹ ਸ਼ੁਕਰਾਚਾਰੀਆ ਮਿਸਲ ਦੇ ਨਾਲ ਤਾਲੁਕਾਤ ਰੱਖਦੇ ਸੀ, ਜਿਹਦੀ ਸਥਾਪਨਾ ਕਿ ਬੁੱਧ ਸਿੰਘ ਨੇ ਕੀਤੀ ਸੀ, ਠੀਕ ਆ। ਤੇ ਉਹਨਾਂ ਨੇ ਕਿਹਾ ਹੈ ਕਿ ਇਹ ਵੀ ਕਿਹਾ ਜਾਂਦਾ ਵਾ ਇਹਦੇ ਵਿੱਚ ਕਿ ਜਿਹੜੇ ਬੁੱਧ ਸਿੰਘ ਸੀ, ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ, ਠੀਕ ਹੈ ਜੀ। ਸੋ ਅੱਗੇ ਆਪਾਂ ਹੁਣ ਇਹਦੇ ਵਿੱਚ ਵੀ ਤੁਸੀਂ ਕਨਫਿਊਜ਼ ਨਹੀਂ ਹੋਣਾ। ਪੇਪਰ ਦੇ ਵਿੱਚ ਆਪਾਂ ਨੂੰ ਕਈ ਵਾਰ ਨੌਧ ਸਿੰਘ ਦੇ ਸਕਦੇ ਨੇ, ਕਈ ਵਾਰ ਉਹ ਚੜ੍ਹਤ ਸਿੰਘ ਦੇ ਦੇਣਗੇ, ਤੇ ਕਈ ਵਾਰ ਉਹ ਆਪਣਾ ਨਾਮ ਦੇ ਦੇਣਗੇ ਮਹਾਂ ਸਿੰਘ ਤੇ ਰਣਜੀਤ ਸਿੰਘ। ਤੁਸੀਂ ਉਹ 'ਚ ਕਨਫਿਊਜ਼ ਨਹੀਂ ਹੋਣਾ। ਜਿਹੜੀ ਸ਼ੁਕਰਾਚਾਰੀਆ ਮਿਸਲ ਦੀ ਸਥਾਪਨਾ ਕੀਤੀ ਕਿਹਨੇ ਕੀਤੀ ਸੀ, ਬੁੱਧ ਸਿੰਘ ਨੇ ਕੀਤੀ ਸੀ। ਇਹ ਤੁਸੀਂ ਰੱਟ ਲਓ, ਠੀਕ ਆ, ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ, ਆਪਾਂ ਕਰ ਲਿਆ। 1718 ਦੇ ਵਿੱਚ ਜਦੋਂ ਬੁੱਧ ਸਿੰਘ ਜੀ ਦੀ ਮੌਤ ਹੋ ਗਈ ਤਾਂ ਉਹਨਾਂ ਦੇ ਪੁੱਤਰ ਜਿਹੜੇ ਸੀ ਨੌਧ ਸਿੰਘ ਨੇ ਪਿੰਡ ਸ਼ੁਕਰਚੱਕ ਨੂੰ ਵਿਕਸਿਤ ਕੀਤਾ, ਜੋ ਨਾਮ ਸ਼ੁਕਰਾਚਾਰੀਆ ਪੈ ਗਿਆ। ਨੌਧ ਸਿੰਘ ਤੋਂ ਬਾਅਦ ਉਹਨਾਂ ਦਾ ਉੱਤਰਾਧਿਕਾਰੀ ਸੀ ਇਹ ਜਿਹੜਾ ਚੜ੍ਹਤ ਸਿੰਘ, ਜਿਨ੍ਹਾਂ ਨੇ ਕਿ ਆਪਣਾ ਹੈੱਡਕੁਆਟਰ ਗੁਜਰਾਂਵਾਲਾ ਵਿਖੇ ਸਥਾਪਿਤ ਕੀਤਾ। ਉਸ ਤੋਂ ਬਾਅਦ ਚੜ੍ਹਤ ਸਿੰਘ ਦੇ ਜੋ ਪੁੱਤਰ ਸੀ ਉਹ ਸੀਗੇ ਆਪਣੇ ਮਹਾਂ ਸਿੰਘ ਜੀ, ਉਹ ਉਹਨਾਂ ਦੇ ਉੱਤਰਾਧਿਕਾਰੀ ਬਣੇ ਸੀ, ਠੀਕ ਹੈ, ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਸੀ। ਹੁਣ ਦੇਖੋ ਜੀ, ਜਿਸ ਨੇ ਆਪਣੀ ਪਦਵੀ ਨੂੰ ਹੋਰ ਤਾਕਤਵਰ ਵਧਾਉਣ ਲਈ ਜਿੰਦ ਦੇ ਰਾਜਾ ਰਾਜਪਤ ਸਿੰਘ ਜੀ ਦੀ ਪੁੱਤਰੀ ਨਾਲ ਵਿਆਹ ਕੀਤਾ। 1792 ਈਸਵੀ 'ਚ ਮਹਾਂ ਸਿੰਘ ਦੀ ਮੌਤ ਹੋ ਗਈ। ਦੇਖੋ ਹੁਣ ਜਦੋਂ ਮਹਾਂ ਸਿੰਘ, ਕਿਉਂਕਿ ਇਹਨਾਂ ਦੇ ਫਾਦਰ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ, ਸੋ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਉਸ ਟਾਈਮ ਦੇ ਉੱਤੇ ਸਿਰਫ 12 ਸਾਲ ਦੇ ਸੀ। ਸੋ ਉਹਨਾਂ ਨੇ ਕੀ ਕੀਤਾ ਜੀ, ਉੱਤਰਾਧਿਕਾਰੀ ਬਣ ਗਏ, ਕਿਉਂਕਿ ਉੱਤਰਾਧਿਕਾਰੀ ਬਣ ਜਾਣਾ ਸੀ ਉਹਨਾਂ ਨੇ ਜਦੋਂ ਉਹਨਾਂ ਦੀ ਮੌਤ ਹੋ ਗਈ। ਸੋ ਫਿਰ ਕੀ ਆ, ਬਚਪਨ ਵਿੱਚ ਉਹਨਾਂ ਨੂੰ ਨਾ ਮਾਤਾ ਹੋਣ ਕਾਰਨ ਉਹਨਾਂ ਦੀ ਇੱਕ ਅੱਖ ਦੀ ਜਿਹੜੀ ਨਜ਼ਰ ਸੀ ਨਾ, ਉਹ ਖਤਮ ਹੋ ਗਈ ਸੀ। ਸੋ ਸਿਰਫ ਇੱਕ ਅੱਖ ਤੋਂ ਦੇਖ ਸਕਦੇ ਸੀ ਉਹ। ਉਹਨਾਂ ਨੇ ਸਕੂਲੀ ਵਿੱਦਿਆ ਵੀ ਹਾਸਲ ਨਹੀਂ ਕੀਤੀ ਅਤੇ ਜ਼ਿਆਦਾ ਸਮਾਂ ਨਾ ਉਹ ਆਪਦਾ ਘੋੜਸਵਾਰੀ ਹੋ ਗਿਆ, ਸ਼ਿਕਾਰ ਹੋ ਗਿਆ, ਜੋ ਤਲਵਾਰਬਾਜ਼ੀ ਹੋ ਗਿਆ, ਉਹਨੂੰ ਸਿੱਖਣ ਦੇ ਵਿੱਚ ਹੀ ਬਿਤਾਉਂਦੇ ਸੀ। ਸੋ 1796 'ਚ ਕੀ ਹੋਇਆ ਜੀ, 1796 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਜੀ ਕਨਈਆ ਮਿਸਲ ਦੇ ਗੁਰਬਖਸ਼ ਸਿੰਘ ਅਤੇ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ। ਆਪ ਦਾ ਪਾਲਣ ਪੋਸ਼ਣ ਤਾਂ ਆਪ ਜੀ ਦੀ ਸੱਸ ਜਿਹੜੇ ਸੀ ਉਹਨਾਂ ਦੇ ਸਦਾ ਕੌਰ ਜੀ ਨੇ ਹੀ ਕੀਤਾ। ਸੋ ਉਸ ਤੋਂ ਬਾਅਦ ਦੇਖਿਆ, ਆਪ ਜੀ ਨੇ ਅਸੀਮ ਤਾਕਤ ਨੂੰ ਪੰਜਾਬ ਨੂੰ ਸੰਗਠਿਤ ਕਰਨ ਲਈ ਪ੍ਰੇਰਿਤ ਕੀਤਾ, ਠੀਕ ਹੈ। ਪੰਜਾਬ ਨੂੰ ਇੱਕ ਤਰ੍ਹਾਂ ਨਾਲ ਸੰਗਠਿਤ ਕੀਤਾ ਗਿਆ। ਸੋ ਉਹਨਾਂ ਨੇ ਆਪਦੇ ਜੀਵਨ ਦੇ ਆਰੰਭਿਕ ਵਰ੍ਹੇ ਵਿੱਚ ਜੰਗਾਂ ਲੜਨ ਅਤੇ ਜਿੱਤਣ ਵਿੱਚ ਬੀਤੇ ਦੌਰਾਨ ਕਾਫੀ ਸਹਾਇਤਾ ਦਿੱਤੀ। ਮਤਲਬ ਇਹਨਾਂ ਨੇ ਉਸ ਟਾਈਮ ਦੇ ਉੱਤੇ ਆਪਾਂ ਦੇਖਿਆ ਸੀ ਕਿ ਮਿਸਲਾਂ ਬਣੀਆਂ ਹੋਈਆਂ ਸੀ, ਜਿਹੜੀਆਂ ਮਿਸਲਾਂ ਸੀਗੀਆਂ ਉਸ ਤੋਂ ਬਾਅਦ ਮਿਸਲਾਂ ਬਿਖਰ ਜੇ ਗਈਆਂ ਸੀ। ਮਿਸਲਾਂ ਦੇ ਆਪਸ ਦੇ ਵਿੱਚ ਮਨਮੁਟਾਵ ਰਹਿਣ ਲੱਗ ਗਏ ਸੀਗੇ ਤੇ ਤਾਂ ਕਰਕੇ ਉਹਨਾਂ ਦੀਆਂ ਆਪਸ ਦੇ ਵਿੱਚ ਲੜਾਈਆਂ ਰਹਿੰਦੀਆਂ ਸੀਗੀਆਂ, ਠੀਕ ਹੈ। ਜਿਹੜੀਆਂ ਸਿੱਖ ਮਿਸਲਾਂ ਜਿਹੜਾ ਆਪਾਂ ਪੜ੍ਹਿਆ ਸੀ ਨਾ, 11 ਤੇ ਇੱਕ 12ਵੀਂ ਮਿਸਲ ਸੀ, 12 ਮਿਸਲਾਂ ਆਪਸ ਦੇ ਵਿੱਚ ਥੋੜਾ ਮਤਲਬ ਲੜਦੀਆਂ
ਘਿਰੀਆਂ ਰਹਿੰਦੀਆਂ ਸੀਗੀਆਂ। ਸੋ ਉਹਨਾਂ ਨੂੰ ਇਹਨਾਂ ਨੇ ਇਕੱਠਾ ਕਰਕੇ ਇੱਕ ਸਿੱਖ ਅੰਪਾਇਰ ਸਥਾਪਿਤ ਕੀਤਾ ਸੀ, ਠੀਕ ਹੈ ਜੀ। ਹੁਣ ਦੇਖੋ ਅੱਗੇ ਵੀ ਆਪਾਂ ਪੜਾਂਗੇ। ਹੁਣ ਰਾਜਨੀਤਿਕ ਸਥਿਤੀ ਦੇਖ ਲਿਆ ਨਾ ਉਸ ਟਾਈਮ ਤੇ। ਹੁਣ ਦੇਖੋ 1792 ਦੇ ਵਿੱਚ ਉਹ ਉੱਤਰਾਧਿਕਾਰੀ ਬਣ ਗਏ। ਉਸ ਤੋਂ 6 ਸਾਲ ਬਾਅਦ 1798 ਦੇ ਵਿੱਚ ਨਾ ਰਾਜਨੀਤਿਕ ਹਾਲਤ ਜਿਹੜੀ ਮੈਂ ਤੁਹਾਨੂੰ ਦੱਸਿਆ ਬਹੁਤ ਗੁੰਝਲਦਾਰ ਹੋ ਗਈ ਸੀ। ਹੁਣ ਜਿਹੜੇ ਕੁਝ ਸਿੱਖ ਮਿਸਲਾਂ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੱਧਦੀ ਪ੍ਰਭਾਵ ਦੇ ਤਾਕਤ ਦੇ ਡਰ ਤੋਂ ਭਾਵ ਪੈਦਾ, ਮਤਲਬ ਉਹਨਾਂ ਨੂੰ ਡਰ ਪੈਦਾ ਹੋ ਗਿਆ ਇਹਦੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਉਸ ਟਾਈਮ ਦੇ ਉੱਤੇ ਤਲਵਾਰਬਾਜ਼ੀ ਵਗੈਰਾ ਕਰਦੇ ਸੀ। ਸੋ ਉਹਨਾਂ ਨੂੰ ਕੋਈ ਉਹ ਨਹੀਂ ਸੀ, ਖੌਫ ਨਹੀਂ ਸੀ। ਬਹੁਤ ਹੀ ਸ਼ੁਰੂ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਹੀ ਬਹਾਦਰ ਸੀ ਅਤੇ ਉਹਨਾਂ ਨੂੰ ਜੰਗਾਂ ਲੜਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਸੋ ਇਹਨਾਂ ਮਿਸਲਾਂ ਵਿੱਚ ਕੁਝ ਸਨ ਭੰਗੀ ਮਿਸਲ ਸੀਗੇ, ਘਨੱਈਆ ਮਿਸਲ ਸੀ, ਨਕਈ ਸੀ, ਆਲੂ ਵਾਲੀਆ। ਇਹ ਸਾਰੀਆਂ ਮਿਸਲਾਂ ਨੂੰ ਇਹਨਾਂ ਨੇ ਜਿੱਤ ਲਿਆ ਸੀ, ਠੀਕ ਆ। ਜਿੱਤ ਲਿਆ ਮਤਲਬ ਕਿ ਨਾਲ ਲਾ ਕੇ ਉਹਨਾਂ ਨੂੰ ਇੱਕ ਕੀਤਾ ਸੀਗਾ, ਠੀਕ ਆ। ਸੋ ਜੋ ਵੀ ਇਹਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਕਿ ਇਹ ਇਹਨਾਂ ਦੇ ਖਿਲਾਫ ਜਾ ਰਹੇ ਨੇ ਜਾਂ ਉਹ ਕਰ ਰਹੇ ਨੇ, ਉਹਨਾਂ ਨੂੰ ਇਹ ਜੰਗ ਲੜ ਕੇ ਆਪਣੇ ਇਕੱਠੇ ਕਰ ਲੈਂਦੇ ਹੁੰਦੇ ਸੀਗੇ, ਠੀਕ ਆ। ਕਿਉਂਕਿ ਜੰਗ ਤੋਂ ਬਾਅਦ ਜ਼ਿਆਦਾਤਰ ਨਾ ਉਸ ਟਾਈਮ ਦੇ ਉੱਤੇ ਜੋ ਜੰਗ ਹੁੰਦੀ ਸੀ, ਜਾਂ ਤਾਂ ਉਸ ਜਿਵੇਂ ਕਿਸੇ ਰਾਜ ਦੇ ਉੱਤੇ ਜੰਗ ਹੁੰਦੀ ਸੀ ਤਾਂ ਉਹਦੇ ਉੱਤੇ ਕਬਜ਼ਾ ਹੋ ਜਾਂਦਾ ਸੀ, ਜਾਂ ਕੋਈ ਸੰਧੀ ਹੋ ਜਾਂਦੀ ਹੁੰਦੀ ਸੀ ਵੀ ਹਾਂ ਮੈਂ ਤੁਹਾਡੇ ਅਧੀਨ ਆ, ਤੁਸੀਂ ਜੋ ਫੈਸਲੇ ਲਓਗੇ ਤੁਸੀਂ ਹੀ ਸਾਡੇ ਪ੍ਰਮੁੱਖ ਹੋ, ਠੀਕ ਆ। ਹੁਣ ਕੀ ਹੋ ਗਿਆ ਜੀ, ਜਦੋਂ ਪੰਜਾਬ ਦੀਆਂ 12 ਮਿਸਲਾਂ ਨੂੰ ਸੰਗਠਿਤ ਕਰਨ ਉਪਰੰਤ ਉਹਨਾਂ ਨੇ ਕੀ ਕੀਤਾ, ਇੱਕ ਰਾਜ ਬਣਾਉਣ ਦੀ ਉਪਰੰਤ ਕੀ ਕੀਤਾ ਇਹਨਾਂ ਨੇ 12 ਅਪ੍ਰੈਲ 1801 ਨੂੰ, ਠੀਕ ਆ। ਉਦੋਂ ਤੱਕ ਇਹਨਾਂ ਨੇ 12 ਮਿਸਲਾਂ ਨੂੰ ਜਿੱਤ ਲਿਆ ਸੀ। 12 ਅਪ੍ਰੈਲ 1801 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ, ਰਣਜੀਤ ਸਿੰਘ ਨੂੰ ਆਪਣੇ ਆਪ ਨੂੰ ਮਹਾਰਾਜਾ ਲਾਹੌਰ ਕਿਲੇ ਵਿਖੇ ਘੋਸ਼ਿਤ ਕੀਤਾ। ਮਤਲਬ ਕਿ ਉਸ ਟਾਈਮ ਦੇ ਉੱਤੇ ਕਰਾਊਨ ਰੂਲ ਸਥਾਪਿਤ ਕਰ ਲਿਆ ਸੀ ਇਹਨਾਂ ਨੇ। ਸੋ ਆਪਣੇ ਆਪ ਨੂੰ ਜਿਹੜੀ ਉਹਨਾਂ ਦੀ ਤਾਜਪੋਸ਼ੀ ਹੋ ਗਈ ਸੀ ਲਾਹੌਰ ਦੇ ਵਿੱਚ, ਠੀਕ ਆ, ਮਹਾਰਾਜਾ। ਸੋ ਉਸ ਤੋਂ ਬਾਅਦ ਹੀ ਇਹਨਾਂ ਨੂੰ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਕਿਹਾ ਜਾਂਦਾ ਵਾ। 1799 ਦੇ ਵਿੱਚ ਕੀ ਹੋਇਆ ਜੀ, ਤੋਂ ਲਾਹੌਰ ਫਿਰ ਰਾਜਧਾਨੀ ਬਣ ਗਿਆ, ਠੀਕ ਆ, ਇਹਨਾਂ ਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਜੋ ਅੰਪਾਇਰ ਸੀ, ਸਿੱਖ ਅੰਪਾਇਰ। ਫਿਰ ਕੀ ਹੋਇਆ ਜੀ, ਹੁਣ ਇਸ ਅਭਿਲਾਸ਼ੀ ਨਵਯੁਵਕ ਨੇ ਜਿੱਤਾਂ ਦਾ ਦੌਰ ਆਰੰਭਿਆ, ਠੀਕ ਆ। ਤੇ ਉਦੋਂ ਤੱਕ ਸਾਹ ਨਾ ਲਿਆ ਜਦੋਂ ਤੱਕ ਪੂਰਾ ਪੰਜਾਬ ਜਿੱਤ ਲਿਆ। ਅੱਗੇ ਆਪਾਂ ਪੜਾਂਗੇ ਇਹਨਾਂ ਨੇ ਬਹੁਤ ਜਿੱਤਾਂ ਦਰਜ ਕੀਤੀਆਂ ਸੀ। ਉਸ ਤੋਂ ਬਾਅਦ ਇਹਨਾਂ ਨੇ ਲਗਭਗ ਪੂਰੇ ਪੰਜਾਬ ਦੇ ਉੱਤੇ ਜਿੱਤ ਦਰਜ ਕਰ ਲਈ ਸੀਗੀ। ਹੌਲੀ ਹੌਲੀ ਇਹ ਮਤਲਬ ਬਹੁਤ ਹੀ ਤੁਸੀਂ ਇਹਨਾਂ ਦਾ ਪ੍ਰਭਾਵ ਇਹਨਾਂ ਦੇਖ ਸਕਦੇ ਹੋ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਜ ਕਰਦੇ ਸੀ ਨਾ, ਉਸ ਟਾਈਮ ਦੇ ਉੱਤੇ ਅੰਗਰੇਜ਼ ਵੀ ਇਹਨਾਂ ਤੋਂ ਡਰਦੇ ਸੀ, ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਸਿੱਖ ਦੀ ਜਿਹੜੀ ਤਾਕਤ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਡਰ ਬਹੁਤ ਹੀ ਜ਼ਿਆਦਾ ਤਾਕਤਵਰ ਸੀਗੇ ਉਸ ਟਾਈਮ ਦੇ ਉੱਤੇ। ਤੋ ਜਿਹੜੇ ਆਪਣੇ ਅੰਗਰੇਜ਼ ਸੀ, ਕਿਉਂਕਿ ਆਪਾਂ ਜਦੋਂ ਮਾਡਰਨ ਹਿਸਟਰੀ ਪੜ੍ਹ ਰਹੇ ਹਾਂ ਨਾ, ਜਦੋਂ ਆਪਾਂ ਮਾਡਰਨ ਹਿਸਟਰੀ ਪੜ੍ਹੀ ਸੀਗੀ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜੇ ਅੰਗਰੇਜ਼ ਸੀਗੇ ਉਹ ਮਤਲਬ ਰਾਜ ਸਥਾਪਿਤ ਕਰੀ ਜਾਂਦੇ ਸੀ। ਵਿੱਚ ਦੀ ਕਦੇ ਕੋਈ ਐਂਗਲੋ ਯੁੱਧ ਹੋ ਗਿਆ, ਕਦੇ ਕੋਈ ਹੋ ਗਿਆ। ਤੁਸੀਂ ਦੇਖ ਸਕਦੇ ਹੋ ਪਲਾਸੀ ਦੀ ਲੜਾਈ ਹੋ ਗਈ, ਬਕਸਰ ਦੀ ਲੜਾਈ। ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕਿ 1764 ਦੇ ਵਿੱਚ ਬਕਸਰ ਦੀ ਲੜਾਈ ਹੋਈ ਸੀ। ਹੁਣ ਤੁਸੀਂ ਦੇਖੋ ਇਹਨਾਂ ਨੂੰ ਰਿਲੇਟ ਕਰੋ, 1757 ਦੇ ਵਿੱਚ ਪਲਾਸੀ ਦੀ ਲੜਾਈ, ਠੀਕ ਆ, ਜਿਹੜੀ ਆਪਾਂ ਸਿਰਾਜੁੱਦੌਲਾ ਵਾਲੀ ਪੜ੍ਹੀ ਆ, ਠੀਕ ਆ। 1764 ਜਿਹੜੀ ਬਕਸਰ ਦੀ ਲੜਾਈ, ਜਿਹਦੇ ਨਾਲ ਕਿ ਬ੍ਰਿਟਿਸ਼ ਕਰਾਊਨ ਦੀ ਮਤਲਬ ਭਾਰਤ ਦੇ ਉੱਤੇ ਸਥਾਪਿਤ ਹੋ ਗਿਆ ਸੀ ਪੂਰਾ। ਇੱਥੇ ਬੰਗਾਲ ਦੇ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰਾਂ ਦੇ ਉੱਤੇ ਕਰ ਲਿਆ, ਪੋਲੀਟੀਕਲ ਲਾਈਫ ਤੇ ਕਰ ਲਿਆ ਸੀ। 1764 ਦੇ ਵਿੱਚ ਆਲਮੋਸਟ ਜਾਂਦੇ ਇਹਨਾਂ ਨੇ ਜਾਣੀ ਕਿ ਬ੍ਰਿਟਿਸ਼ ਕਰਾਊਨ ਨੂੰ ਸਥਾਪਿਤ ਹੋ ਚੱਲਿਆ ਸੀਗਾ ਆਪਣੇ ਪੂਰੇ ਇੰਡੀਆ ਦੇ ਵਿੱਚ, ਕਿਉਂਕਿ ਈਸਟ ਇੰਡੀਆ ਕੰਪਨੀ ਦਾ ਉਹ ਰਾਜ ਉਹ ਹੋਣ ਲੱਗਿਆ ਜੀ। ਹੁਣ ਉਸ ਤੋਂ ਬਾਅਦ ਕੀ ਹੋਇਆ ਜੀ, ਦੇਖੋ ਇਸ ਟਾਈਮ ਮੈਂ 1801 ਦੀ ਗੱਲ ਕਰ ਰਿਹਾ ਤੇ 1764 ਇੱਥੇ 1764 ਆ। ਉਸ ਤੋਂ ਬਾਅਦ ਵੀ ਅਜੇ ਤੱਕ ਅਗਰ ਆਪਾਂ ਗੱਲ ਕਰੀਏ ਨਾ, ਬ੍ਰਿਟਿਸ਼ ਪੂਰੀ ਤਰ੍ਹਾਂ ਨਾਲ ਪੰਜਾਬ ਤੇ ਕਬਜ਼ਾ ਨਹੀਂ ਸੀ ਕਰ ਪਾ ਰਿਹਾ। ਕਿਉਂਕਿ ਕਾਰਨ ਕੀ ਸੀ, ਕਿਉਂਕਿ ਉਸ ਸਮੇਂ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਸ਼ਾਸਨ ਕਰ ਰਹੇ ਸੀ ਤੇ ਉਹਨਾਂ ਦੇ ਹੁੰਦੇ ਹੋਏ ਪੰਜਾਬ ਵੱਲ ਅੱਖ ਪੱਟਣ ਦੀ ਵੀ ਹਿੰਮਤ ਨਹੀਂ ਸੀ ਕਰਦਾ ਕੋਈ ਵੀ, ਠੀਕ ਆ। ਸੋ ਇੰਨਾ ਜ਼ਿਆਦਾ ਤਾਕਤਵਰ ਇਹਨਾਂ ਦਾ ਰੁਤਬਾ ਸੀਗਾ। ਸੋ ਆਪਾਂ ਨੂੰ ਇਹਦੀ ਨਾ ਹਿਸਟਰੀ ਵੈਸੇ ਵੀ ਚਲੋ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਤਾਂ ਇੰਪੋਰਟੈਂਟ ਹੈਗੀ ਆ, ਵੈਸੇ ਵੀ ਆਪਾਂ ਨੂੰ ਨਾ ਜਿਹੜੀ ਆਪਣੇ ਪੰਜਾਬ ਦਾ ਜੋ ਸਿੱਖ ਇਤਿਹਾਸ ਹੋ ਗਿਆ ਇਹਦੇ ਬਾਰੇ ਤਾਂ ਆਪਾਂ ਨੂੰ ਵੈਸੇ ਵੀ ਜਾਣਕਾਰੀ ਹੋਣੀ ਚਾਹੀਦੀ ਆ। ਤੁਹਾਨੂੰ ਬਹੁਤ ਜਾਣਕਾਰੀ ਹੋਏਗੀ, ਇੱਦਾਂ ਨਹੀਂ ਕਿ ਤੁਹਾਨੂੰ ਨਹੀਂ ਪਤਾ ਹੋਏਗਾ, ਬਟ ਤੁਸੀਂ ਜਦੋਂ ਆਪਣੇ ਇਹ ਸਾਰੇ ਲੈਕਚਰ ਲਗਾ ਰਹੋਗੇ ਨਾ, ਤੁਸੀਂ ਦੇਖੋਗੇ ਕਿ ਤੁਹਾਨੂੰ ਕੁਝ ਇੱਦਾਂ ਦੀਆਂ ਐਡੀਸ਼ਨਲ ਗੱਲਾਂ ਵੀ ਪਤਾ ਲੱਗਣੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ, ਠੀਕ ਆ ਜੀ। ਸੋ ਤੁਸੀਂ ਇਹ ਸਾਰੀਆਂ ਕਲਾਸਾਂ ਬੜੇ ਹੀ ਧਿਆਨ ਨਾਲ ਦੇਖਣੀਆਂ ਨੇ, ਕਿਉਂਕਿ ਇਹਦੇ ਨਾਲ ਇੱਕ ਤੁਹਾਡੀ ਜਰਨਲ ਨੌਲੇਜ ਵੀ ਇੰਪਰੂਵ ਹੋਏਗੀ, ਠੀਕ ਆ। ਸੋ ਆਪਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਵਾ, ਠੀਕ ਆ। ਹੁਣ ਜਿੱਤਾਂ ਜਿਹੜੀਆਂ ਨੇ ਮਹੱਤਵਪੂਰਨ ਜਿੱਤਾਂ ਜੀ, ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਬਣਦੇ ਆ ਨਾ ਕਿ ਇਹ ਵਾਲੀ ਜਿਹੜੀ ਜਿੱਤ ਆ, ਇਹ ਜਿੱਤ ਦੇ ਵਿੱਚ ਜਿਹੜੀ ਇਹ ਵਾਲੀ ਜਿੱਤ ਆ ਇਹ ਕਦੋਂ ਦਰਜ ਹੋਈ। ਸਿੱਧਾ ਸਵਾਲ ਕੁਐਸਚਨ ਬਣਦਾ ਵਾ ਤੁਹਾਡਾ ਸਨ ਦੇ ਉੱਤੇ, ਮਤਲਬ ਈਅਰ ਦੇ ਉੱਤੇ ਬਣੂਗਾ। ਸੋ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੀਆਂ ਨੇ। ਜਿਹੜੇ ਮੈਂ ਰੈੱਡ ਕੀਤੇ ਉਹਦਾ ਪੂਰੀ ਚੰਗੀ ਤਰ੍ਹਾਂ। ਲਾਹੌਰ ਦੀ ਜਿੱਤ ਜੀ 1799 'ਚ ਹੋਈ, ਜਿਹੜੀ ਕਿ ਭੰਗੀ ਸਰਦਾਰਾਂ ਦੇ ਵਿੱਚ ਮਤਲਬ ਜਿਹੜੇ ਆਪਣੇ ਸੀਗੇ, ਠੀਕ ਆ, ਮਿਸਲ ਸੀਗੀ ਉਸ ਟਾਈਮ ਦੇ ਉੱਤੇ। ਸੋ ਉਹਨਾਂ ਨੇ ਲਾਹੌਰ ਦੀ ਜਿੱਤ 1799 ਦੇ ਵਿੱਚ ਹੋਈ, ਲਾਹੌਰ ਜਿੱਤ ਲਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ। ਅੰਮ੍ਰਿਤਸਰ ਦੀ ਇਹਦੇ ਵਿੱਚ ਨਾ ਮੈਂ ਥੋੜ੍ਹਾ ਜਿਹਾ ਮੈਂ ਵੀ ਕਨਫਿਊਜ਼ ਹਾਂ, ਕਿਉਂਕਿ ਇਹਦੇ ਵਿੱਚ ਨਾ ਕੁਛ ਜਗ੍ਹਾ ਦੇ ਉੱਤੇ ਮੈਨੂੰ ਕੁਛ ਸੋਰਸ ਦੇ ਉੱਤੇ 1806 ਦੇਖਣ ਨੂੰ ਮਿਲਿਆ ਤੇ ਕੁਛ ਸੋਰਸ ਦੇ ਉੱਪਰ 1802 ਦੇਖਣ ਨੂੰ ਮਿਲਿਆ। ਸੋ ਮੈਨੂੰ ਜਦੋਂ ਵੀ ਇਹਦਾ ਕੋਈ ਆਥੈਂਟਿਕ ਸੋਰਸ ਮਿਲ ਜੂਗਾ ਤਾਂ ਮੈਂ PDF ਨਾ ਰਿਵਾਈਜ਼ ਕਰਕੇ ਇਹਦੇ ਉੱਤੇ ਉਹਦੇ ਉੱਤੇ ਅਪਲੋਡ ਕਰ ਦੇਵਾਂਗਾ, ਠੀਕ ਆ। ਸੋ ਅਜੇ ਥੋੜ੍ਹਾ ਜਿਹਾ ਡਾਊਟ ਦੇ ਵਿੱਚ ਆ। ਮੈਂ ਇਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਂ ਬੁੱਕ ਚੈੱਕ ਕਰੂੰਗਾ, ਕਿਉਂਕਿ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਚੈਪਟਰ ਹੈ ਇੱਕ। ਸੋ ਉਹਦੇ ਵਿੱਚ ਆਪਾਂ ਨੂੰ ਆਥੈਂਟਿਕ ਡਾਟਾ ਮਿਲ ਜਾਏਗਾ।
ਅੱਗੇ ਜੀ ਹੁਣ ਜੀ ਝੰਗ ਦੀ ਜਿੱਤ ਜਿਹੜੀ ਹੋਈ ਸੀ 1807 ਦੇ ਵਿੱਚ ਅਹਿਮਦ ਖਾਨ ਅਗਰ ਗੱਲ ਕਰੀਏ ਤਾਂ ਇਹ ਜਿੱਤੀ ਸੀ। ਕਸੂਰ ਦੀ ਜਿੱਤ 1807 ਚ ਕਸੂਰ ਕੁਤਬੁੱਦੀਨ ਨੇ। ਸਿਆਲਕੋਟ ਦੀ ਜਿੱਤ 1808 ਚ ਜੀਵਨ ਸਿੰਘ ਦੇ ਵਿਰੁੱਧ, ਠੀਕ ਆ, ਵਿਰੁੱਧ ਆ ਜਿਨ੍ਹਾਂ ਦੇ ਵਿਰੁੱਧ ਜਿੱਤੀਆਂ ਸੀ। ਕਾਂਗੜਾ ਦੀ ਲੜਾਈ 1809 ਨੂੰ ਰਾਜਾ ਸੰਸਾਰ ਚੰਦ ਕਟੌਚ। ਅਟਕ ਦੀ ਲੜਾਈ 1813 ਚ ਜਹਾਨਦ ਖਾਨ ਦੇ ਵਿਰੁੱਧ। ਆਹ ਮੋਸਟ ਇੰਪੋਰਟੈਂਟ ਨੇ ਤਿੰਨ ਜਿਹੜੀਆਂ ਇਹ ਜਿੱਤਾਂ ਨੇ ਨਾ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਈਆਂ ਨੇ। ਇੱਕ ਲਾਹੌਰ ਵਾਲੀ ਜਿਹੜੀ ਮੈਂ ਉੱਪਰ ਤੁਹਾਨੂੰ ਦੱਸੀ ਸੀ ਤੇ ਇਹ, ਸੋ ਇਹਦੇ ਵਿੱਚ ਜ਼ਿਆਦਾਤਰ ਇਹ ਜ਼ਬਰ ਖਾਨ ਜਾਂ ਮੁਜ਼ੱਫਰ ਖਾਨ ਜਾਂ ਆਜ਼ਮ ਖਾਨ ਅਜੇ ਤੱਕ ਪੇਪਰ ਦੇ ਵਿੱਚ ਜ਼ਿਆਦਾ ਮੈਂ ਦੇਖਿਆ ਨਹੀਂ ਕਿ ਰਿਪੀਟ ਹੋਇਆ ਵਾ। ਸੋ ਇਹਦੇ ਵਿੱਚ ਹਾਂ ਇੰਨਾ ਜ਼ਰੂਰ ਪੁੱਛੇਗਾ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੀ ਜਿੱਤ ਕਿਹੜੇ ਸਾਲ, ਇਹ ਹੁਣੇ ਕੋਈ ਕਿਸੇ PWSB ਦੇ ਪੇਪਰ ਦੇ ਵਿੱਚ ਵੀ ਰਿਪੀਟ ਹੋਇਆ। ਕਸ਼ਮੀਰ ਦੀ ਜਿੱਤ 1819 ਈਸਵੀ ਦੇ ਵਿੱਚ ਜਿੱਤਿਆ ਸੀਗਾ ਕਸ਼ਮੀਰ, ਠੀਕ ਆ, ਮਹਾਰਾਜਾ ਰਣਜੀਤ ਸਿੰਘ ਨੇ। ਮੁਲਤਾਨ 1818 ਚ ਜਿੱਤਿਆ ਸੀ। ਜਿਹੜਾ ਪਿਸ਼ਾਵਰ ਆ, ਠੀਕ ਆ, ਪਿਸ਼ਾਵਰ 1834 ਚ, ਠੀਕ ਆ। ਸੋ ਇਹ ਤੁਸੀਂ ਇਹ ਯਾਦ ਕਰ ਲੈਣਾ ਵਾ। ਸੋ ਨੈਕਸਟ ਆ ਗਿਆ ਜੀ ਸਾਡਾ ਪੁਆਇੰਟ, ਕਹਿੰਦੇ ਜੀ ਉਪਰੋਕਤ ਜਿੱਤਾਂ। ਹੁਣ ਦੇਖੋ ਜੀ ਇਹ ਜਿੱਤਾਂ ਤਾਂ ਦਰਜ ਹੋਈ ਜਾ ਰਹੀਆਂ ਸੀ। ਹੁਣ ਇਹਦੇ ਦੌਰਾਨ ਨਾ ਇੱਕ ਸੰਧੀ ਵੀ ਹੋਈ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਅੰਗਰੇਜ਼ ਥੋੜਾ ਜਿਹਾ ਕਬਜ਼ਾ ਕਰਨ ਦੀ ਸੋਚ ਰਹੇ ਸੀ, ਪਰ ਉਹ ਡਰ ਵੀ ਰਹੇ ਸੀਗੇ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਤੋਂ, ਕਿਉਂਕਿ ਉਹਨਾਂ ਨੂੰ ਇਦਾਂ ਸੀਗਾ ਕਿ ਇਸ ਟਾਈਮ ਸਿੱਖ ਬਹੁਤ ਹੀ ਜ਼ਿਆਦਾ, ਸਿੱਖ ਅੰਪਾਇਰ ਬਹੁਤ ਜ਼ਿਆਦਾ ਫੈਲਿਆ ਹੋਇਆ ਵਾ। ਸੋ ਉਹਨਾਂ ਨੇ ਕੀ ਕੀਤਾ, ਉਪਰੋਕਤ ਜਿੱਤਾਂ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਛੋਟੀ ਜਿਹੀ ਮਿਸਲ ਨੂੰ ਇੱਕ ਵਿਸ਼ਾਲ ਰਾਜ 'ਚ ਬਦਲਤਾ, ਠੀਕ ਆ ਜੀ। ਉਹਨਾਂ ਦਾ ਰਾਜ ਭਾਗ ਕਿੱਥੋਂ ਕਿੱਥੋਂ ਤੱਕ ਸੀ? ਉੱਤਰ 'ਚ ਦੇਖੋ, ਹੁਣ ਉੱਤਰ 'ਚ ਲਦਾਖ, ਠੀਕ ਆ, ਦੱਖਣ 'ਚ ਸਿਖਰਪੁਰ, ਉੱਤਰ ਪੱਛਮ 'ਚ ਜਮਰੂਦ ਤੋਂ ਪੂਰਬ ਵਿੱਚ ਦਰਿਆ ਸਤਲੁਜ ਤੱਕ ਉਹਨਾਂ ਦਾ ਫੈਲਿਆ ਹੋਇਆ। ਦੇਖੋ ਕਿੱਡਾ ਵੱਡਾ ਇਹਨਾਂ ਨੇ ਏਰੀਆ ਆਕੂਪਾਈ ਕੀਤਾ ਹੋਇਆ ਸੀ। ਸੋ ਅੰਗਰੇਜ਼ਾਂ ਨੇ ਦੇਖ ਲਿਆ ਕਿ ਪੰਜਾਬ ਦੇ ਉੱਤੇ ਤਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਹਨਾਂ ਨੇ ਕਬਜ਼ਾ ਕਰ ਰਹੇ ਆ। ਸੋ ਅੰਗਰੇਜ਼ਾਂ ਨੇ ਕੀ ਸੋਚੀ, ਕਹਿੰਦਾ ਅੰਗਰੇਜ਼ਾਂ ਨੇ ਕੀ ਕੀਤਾ ਜੀ, 1809 ਈਸਵੀ ਦੇ ਵਿੱਚ ਨਾ ਅੰਮ੍ਰਿਤਸਰ ਦੀ ਸੰਧੀ ਹੋਈ, ਜਿਹਦੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਦਮ ਰੋਕੀ ਰੱਖੇ। ਮਤਲਬ ਅਜੇ ਇੰਨਾ ਵੱਡਾ ਇਹਨਾਂ ਨੇ ਰਾਜ ਸਥਾਪਿਤ ਕਰ ਲਿਆ ਸੀ। ਜੇ 1809 ਈਸਵੀ ਦੀ ਸੰਧੀ ਨਾ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਤੁਸੀਂ ਸੋਚ ਸਕਦੇ ਹੋ ਕਿ ਪੂਰੇ ਇੰਡੀਆ ਦੇ ਉੱਤੇ ਵੀ ਕਬਜ਼ਾ ਕਰ ਸਕਦੇ ਸੀ। ਸੋ ਇਹ ਸੰਧੀ, ਕਿਉਂਕਿ ਅਗਰ ਆਪਾਂ ਗੱਲ ਕਰੀਏ ਨਾ, ਬ੍ਰਿਟਿਸ਼ ਸ਼ਾਸਨ ਵੀ ਉਸ ਟਾਈਮ ਦੇ ਉੱਤੇ ਕਮਜ਼ੋਰ ਨਹੀਂ ਸੀ, ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਕਮਜ਼ੋਰ ਸੀ। ਸੋ ਬਟ ਫਿਰ ਵੀ ਉਹ ਡਰਦੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ। ਮਹਾਰਾਜਾ ਰਣਜੀਤ ਸਿੰਘ ਤੋਂ ਡਰਦੇ ਉਹ ਪੰਜਾਬ ਦੇ ਉੱਤੇ ਹਮਲਾ ਕਰਨ ਦੀ ਹਿੰਮਤ ਨਹੀਂ ਸੀ ਰੱਖਦੇ, ਠੀਕ ਆ। ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿਵੇਂ 1839 'ਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਗਈ, ਉਸ ਤੋਂ ਬਾਅਦ ਕੋਈ ਕਮਜ਼ੋਰ, ਮਤਲਬ ਪੂਰਾ ਉਹਨਾਂ ਨੂੰ ਉਹੋ ਜਿਹਾ ਸ਼ਕਤੀਸ਼ਾਲੀ ਜਿਹੜਾ ਆਪਣਾ ਸੀਗਾ ਨਾ ਸ਼ਾਸਕ ਨਹੀਂ ਸੀ ਮਿਲਿਆ। ਫਿਰ ਆਪਾਂ ਦੇਖਾਂਗੇ ਕਿ ਉਸ ਤੋਂ ਬਾਅਦ ਜਿਹੜੇ ਐਂਗਲੋ ਯੁੱਧ ਹੋਏ 45-46 'ਚ, 49 ਦੇ ਵਿੱਚ, ਕਿੱਦਾਂ 1849 ਦੇ ਵਿੱਚ ਪੰਜਾਬ ਜਿਹੜਾ ਸੀ ਉਹ ਪੂਰੇ ਬ੍ਰਿਟਿਸ਼ ਰਾਜ ਦੇ ਅੰਡਰ ਚਲਿਆ ਗਿਆ ਸੀ। ਸੋ ਇਹ ਵਾਲੇ ਜਿਹੜੇ ਫੈਕਟ ਨੇ ਬਹੁਤ ਇੰਪੋਰਟੈਂਟ ਫੈਕਟ ਨੇ, ਸਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਅਗਲੀ ਕਲਾਸ ਆਪਣੀ ਐਂਗਲੋ ਜਿਹੜੀ ਸਿੱਖ ਵਾਰ ਸੀਗੀ ਨਾ ਉਹੀ ਹੋਊਗੀ। ਹੁਣ ਜੀ ਮਗਰੋਂ ਕੀ ਹੋਇਆ, ਉਹਨਾਂ ਨੂੰ ਦੱਖਣ ਦੇ ਵਿੱਚ ਅੱਗੇ ਨਹੀਂ ਵਧਣ ਦਿੱਤਾ, ਠੀਕ ਆ। ਪੂਰਬ ਦੇ ਵਿੱਚ ਇੱਥੇ ਇਹਨਾਂ ਨੇ ਕਦਮ ਰੋਕਤੇ, ਫਿਰ ਦੱਖਣ ਦੇ ਵਿੱਚ ਵੀ ਨਹੀਂ ਅੱਗੇ ਵਧਣ ਦਿੱਤਾ। ਪੱਛਮ ਵਿੱਚ ਆਪ ਜੀ ਦੇ ਅੱਗੇ ਵਧਣ ਦੀ ਤਾਂਘ ਨੂੰ 1838 ਈਸਵੀ ਵਿੱਚ ਇੱਕ ਹੋਰ ਤਿਪੱਖੀ ਸੰਧੀ ਹੋਈ ਸੀ, ਜਿਹਨੇ ਪੂਰਾ ਨਾ ਹੋਣ ਦਿੱਤਾ, ਜਿਸ ਵਿੱਚ ਇਹ ਫੈਸਲਾ ਹੋਇਆ ਕਿ ਸ਼ਾਹ ਸ਼ੂਜਾ ਨੂੰ ਅੰਗਰੇਜ਼ਾਂ ਤੇ ਸਿੱਖ ਫੌਜਾਂ ਦੀ ਮਦਦ ਨਾਲ ਕਾਬੁਲ ਦਾ ਰਾਜਾ ਬਣਾਇਆ ਜਾਵੇਗਾ। ਸੋ ਇਹਦੇ ਵਿੱਚ ਇੰਪੋਰਟੈਂਟ ਇਹੀ ਬਣਦਾ ਵਾ ਕਿ ਜਿਹੜੀ ਸੰਧੀ ਕਦੋਂ ਹੋਈ ਸੀ, 1809 ਈਸਵੀ ਦੇ ਵਿੱਚ ਸੰਧੀ ਹੋਈ ਸੀ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ। ਅੰਗਰੇਜ਼ਾਂ ਵੱਲੋਂ ਵੀ ਕਿਹਨੇ ਕੀਤੀ ਸੀ, ਅੱਗੇ ਆਪਾਂ ਪੜਾਂਗੇ, ਠੀਕ ਆ। ਮੈਟਕੈਫੇ ਸੀਗਾ, ਮੈਟਕੈਫੇ ਤੋਂ ਹੋਈ ਸੀ। ਸੋ ਉਸ ਟਾਈਮ ਦੇ ਉੱਤੇ ਲਾਰਡ ਮਿੰਟੂ ਇਹਨਾਂ ਦਾ ਉਹ ਸੀਗਾ, ਆਪਣਾ ਗਵਰਨਰ ਜਨਰਲ ਸੀਗਾ ਉਸ ਟਾਈਮ ਦੇ ਉੱਤੇ। ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਇੱਕ ਸਮਰਪਿਤ ਸਿੱਖ ਸਨ। ਸੋ ਹੁਣ ਉਹਨਾਂ ਦੇ ਬਾਰੇ ਆਪਾਂ ਥੋੜਾ ਪਰਸਨਲੀ ਪੜਾਂਗੇ। ਸੋ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਦਾ ਸੇਵਕ ਸਮਝਦੇ ਸੀਗੇ, ਠੀਕ ਆ। ਸੋ ਉਹ ਧਾਰਮਿਕ ਸਥਾਨਾਂ ਤੇ ਮਾਇਆਵੀ ਅਤੇ ਹੋਰ ਸਥਾਨਾਂ ਤੇ ਵੀ ਬਹੁਤ ਵੱਡਾ ਦਾਨ ਦਿੰਦੇ ਸੀ, ਠੀਕ ਆ। ਹਰਮਿੰਦਰ ਸਾਹਿਬ ਦੀਆਂ ਕੰਧਾਂ ਤੇ ਲੱਗੀਆਂ ਸੋਨੇ ਦੀਆਂ ਪਲੇਟਾਂ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਸੱਸ ਸਦਾ ਕੌਰ ਜੀ ਨੇ ਕਰਵਾਈ ਸੀ। ਸੋ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਮਹਾਰਾਜ ਆਪਣੇ ਹਰਮਿੰਦਰ ਸਾਹਿਬ ਜੀ ਦੀਆਂ ਜਿਹੜੇ ਆਪਣੇ ਕੰਧਾਂ ਦੇ ਉੱਤੇ ਜਿਹੜਾ ਲੱਗਿਆ ਹੋਇਆ ਸੋਨੇ ਦੀਆਂ ਪਲੇਟਾਂ ਸੀ, ਸੋ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਸੇਵਾ ਕਰਵਾਈ ਸੀ, ਠੀਕ ਹੈ ਜੀ। ਸੋ ਅੱਗੇ ਪੜਾਂਗੇ ਆਪਾਂ। ਹੁਣ ਜੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਦਾਂ ਕਿ ਹਿੰਦੂ ਧਰਮ ਦੇ ਮੰਦਿਰ ਹੋ ਗਏ, ਉਹਦੇ ਵਿੱਚ ਬਨਾਰਸ ਦੇ ਵਿਸ਼ਵਨਾਥ ਮੰਦਿਰ ਹੋ ਗਿਆ, ਜਵਾਲਾਮੁਖੀ ਮੰਦਿਰ ਹੋ ਗਿਆ, ਹਿਮਾਚਲ ਦੇ ਕਾਂਗੜਾ ਮੰਦਿਰ ਨੂੰ ਵੀ ਭਾਰੀ ਮਾਤਰਾ ਵਿੱਚ ਸੋਨਾ ਦਾਨ ਕੀਤਾ। ਦੇਖੋ ਜੀ, ਸੋ ਉੱਥੇ ਵੀ ਇਹ ਹਰੇਕ ਧਰਮ ਦੇ ਨਾਲ, ਮਤਲਬ ਉਹ ਧਰਮ ਨਿਰਪੱਖ ਹੋਣ ਦਾ ਪ੍ਰਗਟਾਵਾ ਹੁੰਦਾ ਵਾ, ਮਤਲਬ ਕਿ ਉਹ ਕਿਸੇ ਦੇ ਨਾਲ ਵੀ ਉਹ ਵਿਤਕਰਾ ਨਹੀਂ ਸੀ ਕਰ ਦਿੰਦੇ। ਸਾਰੇ ਤਖਤ ਸ਼੍ਰੀ ਪਟਨਾ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਸੀ, ਠੀਕ ਹੈ ਜੀ। ਸੋ ਅਤੇ ਤਖਤ ਸ਼੍ਰੀ ਹਜੂਰ ਸਾਹਿਬ ਜੀ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੀ। ਤੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਾ ਨਾਨਕ ਸ਼ਾਹੀ ਸਿੱਕੇ ਵੀ ਜਾਰੀ ਕੀਤੇ ਸੀ। ਸੋ ਕਈ ਵਾਰ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਹੋਏਗਾ ਕਿ ਇਹ ਗੁਰਦੁਆਰਿਆਂ ਦਾ ਨਿਰਮਾਣ ਕਿਹਨਾਂ ਨੇ ਕਰਵਾਇਆ ਸੀ, ਮਹਾਰਾਜਾ ਰਣਜੀਤ ਸਿੰਘ ਨੇ ਸੀਗਾ। ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਹਜੂਰ ਸਾਹਿਬ ਤਖਤ, ਸੋ ਆਪਣਾ ਨਾਨਕ ਸ਼ਾਹੀ ਸਿੱਕੇ ਵੀ ਜਾਰੀ ਕੀਤੇ। ਨੈਕਸਟ ਕਰਾਂਗੇ ਜੀ ਆਪਾਂ। ਹਾਂਜੀ, ਮਹਾਰਾਜਾ ਰਣਜੀਤ ਸਿੰਘ ਨੇ ਆਹ ਵਾਲਾ ਪੇਪਰ ਦੇ ਵਿੱਚ ਕੁਐਸਚਨ ਬਣਦਾ ਵਾ ਕਿ ਨਾਨਕ ਸ਼ਾਹੀ ਕੁਆਇਨ ਕਿਹਨੇ ਜਾਰੀ ਕੀਤੇ ਸੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਕੀਤੇ ਸੀ। ਇਹ 'ਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਉਹ ਬੰਦਾ ਸਿੰਘ ਬਹਾਦਰ ਵੀ ਦਿੰਦੇ ਨੇ। ਸੋ ਉਹ ਆਪਾਂ ਦੇਖਿਆ ਸੀ ਕਿ ਉਹਨਾਂ ਨੇ ਮੋਹਰਾਂ ਜਾਰੀ ਕੀਤੀਆਂ ਸੀਗੀਆਂ, ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀ।
ਸੋ ਇੱਕ ਬੁਲੰਦ ਤਾਕਤ ਸੀ, ਇੱਕ ਫੌਜ ਬਣਾਈ ਸੀ, ਜਿਹੜਾ ਮੈਂ ਤੁਹਾਨੂੰ ਦੱਸਤਾ ਹੋਇਆ ਕਿ ਇੱਕ ਬਹੁਤ ਵੱਡਾ ਅੰਪਾਇਰ ਇਹਨਾਂ ਨੇ ਸਥਾਪਿਤ ਕੀਤਾ ਸੀ, ਸਿੱਖ ਅੰਪਾਇਰ, ਠੀਕ ਹੈ, ਇਹਨਾਂ ਨੇ ਸਥਾਪਿਤ ਕੀਤਾ ਸੀ। ਕੁੱਲ ਲਗਾਨ ਦਾ 1/1/3 ਹਿੱਸਾ, ਮਤਲਬ ਜੇ 3 ਰੁਪਏ ਹੋ ਰਹੇ ਆ ਤਾਂ 1 ਰੁਪਏ ਜਿਹੜੇ ਉਹਨਾਂ ਨੂੰ ਲਗਾਨ ਹੁੰਦਾ ਸੀ, 1 ਰੁਪਇਆ ਸੈਨਾ ਦੇ ਉੱਤੇ ਖਰਚਦੇ ਸੀ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਆ ਉਹ 27 ਜੂਨ 1839 ਨੂੰ ਲਾਹੌਰ ਦੇ ਵਿਖੇ ਹੋਈ। ਸੋ ਇਹ ਤੁਸੀਂ ਇੰਪੋਰਟੈਂਟ ਯਾਦ ਕਰਨਾ ਆ ਡੇਟ, PSSB ਦੇ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਪੁੱਛ ਲਿਆ ਹੋਇਆ ਵਾ, ਠੀਕ ਆ। ਸੋ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਇੱਕ ਮਹਾਰਾਜਾ ਰਣਜੀਤ ਸਿੰਘ ਤੇ ਵੀ ਡਾਇਰੈਕਟ ਕੁਐਸਚਨ ਆਇਆ ਹੋਇਆ, ਇੱਕ ਬੰਦਾ ਸਿੰਘ ਬਹਾਦਰ ਦੀ ਮੌਤ ਦੇ ਉੱਤੇ ਵੀ ਡਾਇਰੈਕਟ ਕੁਐਸਚਨ ਪੁੱਛਿਆ ਹੋਇਆ ਵਾ। ਸੋ ਦੇਖੋ ਜੀ, ਹੁਣ ਅੰਮ੍ਰਿਤਸਰ ਦੀ ਸੰਧੀ ਜਿਹੜੀ ਕਿ ਆਪਾਂ ਕਰਦੇ ਹਾਂ, ਅੰਮ੍ਰਿਤਸਰ ਦੀ ਸੰਧੀ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਵਿੱਚ ਅੰਮ੍ਰਿਤਸਰ ਦੀ ਸੰਧੀ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਗਿਆ। ਇਹਦੀ ਤੁਸੀਂ ਡੇਟ ਵਿਦ ਈਅਰ ਯਾਦ ਕਰਨਾ, 25 ਅਪ੍ਰੈਲ 1809 ਨੂੰ ਹੋਈ ਸੀ। ਕਨਫਿਊਜ਼ ਨਹੀਂ ਹੋਣਾ। ਇਹਦੇ ਵਿੱਚ ਤੁਹਾਨੂੰ ਲਾਹੌਰ ਦੀ ਜਿਹੜੀ ਸੰਧੀ ਹੋਈ ਸੀ ਉਹਦੇ ਨਾਲ, ਟ੍ਰੀਟੀ ਆਫ ਲਾਹੌਰ ਦੇ ਨਾਲ ਕਨਫਿਊਜ਼ ਕਰ ਦੇਣਗੇ, ਬਟ ਉਹ ਅੱਗੇ ਆਪਾਂ ਜਦੋਂ ਪੜਾਂਗੇ ਨਾ ਆਪਣੀ 1846 'ਚ ਜਿਹੜੀ ਹੋਈ ਸੀ ਐਂਗਲੋ ਵਾਰ 'ਚ, ਉਹਦੇ ਵਿੱਚ ਆਪਾਂ ਪੜਾਂਗੇ, ਤੁਸੀਂ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ। ਇਹ ਹੋਈ ਸੀ ਉਸ ਟਾਈਮ ਦੇ ਲਾਰਡ ਮਿੰਟੋ ਗਵਰਨਰ ਜਨਰਲ ਸੀ, ਅੰਗਰੇਜ਼ਾਂ ਵੱਲੋਂ ਮੈਟ ਕੈਫੇ ਸੀਗਾ ਤੇ ਉਹਦੀ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਹੋਈ ਸੀ। ਸ਼ਰਤਾਂ ਕੀ ਰੱਖੀਆਂ ਸੀ ਜੀ ਇਹਨਾਂ? ਇਹ ਕਹਿੰਦੇ ਜੀ ਦੋਹਾਂ ਧਿਰਾਂ ਨੇ ਇੱਕ ਦੂਜੇ ਪ੍ਰਤੀ ਦੋਸਤਾਨਾ ਸੰਬੰਧ ਬਣਾਈ ਰੱਖਣੇ ਆ ਪਹਿਲਾਂ ਤਾਂ, ਠੀਕ ਆ, ਫੈਸਲਾ ਕੀਤਾ। ਅੰਗਰੇਜ਼ੀ ਹਕੂਮਤ ਸਤਲੁਜ ਦਰਿਆ ਦੇ ਉੱਤਰ ਪੱਛਮ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਅਧਿਕਾਰ ਖੇਤਰ ਸੀਗਾ ਉਹਦੇ ਅੰਦਰ ਜਿਹੜੇ ਇਲਾਕੇ ਆਉਂਦੇ ਸੀ ਕਿਸੇ ਕਿਸਮ ਦੀ ਰੁਕਾਵਟ ਨਹੀਂ ਪਾਏਗੀ, ਠੀਕ ਆ ਜੀ। ਸੋ ਇਹ ਫੈਸਲਾ ਹੋਇਆ ਸੀ ਇੱਕ। ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਦੇ ਖੱਬਾ ਕੰਢੇ ਤੇ ਲੋੜ ਤੋਂ ਵੱਧ ਸੈਨਾ ਨਾ ਰੱਖਣ ਦਾ ਵੀ ਫੈਸਲਾ ਕੀਤਾ ਕਿ ਇਹਦੇ ਉੱਤੇ ਜ਼ਿਆਦਾ ਤੁਸੀਂ ਸੈਨਿਕ ਨਾ ਰੱਖੋ। ਕਿਸੇ ਸ਼ਰਤ ਦੀ ਉਲੰਘਣਾ ਕਰਨ ਦੇ ਉੱਤੇ ਇਸ ਸੰਧੀ ਨੂੰ ਰੱਦ ਮੰਨ ਲਿਆ ਜਾਏਗਾ। ਸੋ ਇਹਦੇ ਕਰਕੇ ਵੀ ਆਪਣੀ ਲੜਾਈ ਨਹੀਂ ਹੋਈ ਸੀ ਉਸ ਟਾਈਮ ਦੇ ਉੱਤੇ ਅੰਗਰੇਜ਼ਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ। ਹੁਣ ਦੇਖੋ ਜੀ, ਕੋਹੇਨੂਰ ਹੀਰਾ। ਕੋਹੇਨੂਰ ਇੱਕ ਬੇਸ਼ਕੀਮਤੀ ਹੀਰਾ ਸੀ ਜਿਸ ਨੂੰ ਕਿ ਨਾਦਰ ਸ਼ਾਹ 1739 ਈਸਵੀ ਵਿੱਚ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਕੋਲੋਂ ਖੋਹ ਕੇ ਲੈ ਗਿਆ ਸੀ, ਠੀਕ ਹੈ ਜੀ। ਨਾਦਰ ਸ਼ਾਹ ਲੈ ਗਿਆ ਸੀ ਖੋਹ ਕੇ, ਦਿੱਲੀ ਦੇ ਬਾਦਸ਼ਾਹ ਉਸ ਟਾਈਮ ਮੁਹੰਮਦ ਸ਼ਾਹ ਸੀਗਾ 1839 ਦੇ ਵਿੱਚ। ਉਹਨੇ ਕੀ ਕੀਤਾ ਜੀ, ਇਸ ਨੂੰ ਕੋਹੇਨੂਰ ਅਰਥਾਤ ਰੋਸ਼ਨੀ ਦੇ ਪਰਬਤ ਦਾ ਨਾਂ ਦਿੱਤਾ। ਇਸ ਤੋਂ ਉਦੋਂ ਤੋਂ ਹੀ ਇਸ ਦਾ ਨਾਮ ਕੋਹੇਨੂਰ ਹੀਰੇ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਨਾਦਰ ਸ਼ਾਹ ਦੀ ਜਦੋਂ ਮੌਤ ਹੋ ਗਈ ਤਾਂ ਉਹਦਾ ਜਿਹੜਾ ਪੋਤਰੇ ਹੱਥੋਂ ਅਹਿਮਦ ਸ਼ਾਹ ਦੇ ਹੱਥ ਲੱਗ ਗਿਆ। ਫਿਰ ਉਹਦੇ ਉੱਤਰਾਧਿਕਾਰੀ ਅਹਿਮਦ ਸ਼ਾਹ ਦਾ ਪੁੱਤਰਾ ਸ਼ਾਹ ਜਮਾਨ ਕੋਲੇ ਚਲਿਆ ਗਿਆ। ਫਿਰ ਉਹ ਸ਼ਾਹ ਸੂਜਾ ਦੇ ਕੋਲੇ ਚਲਿਆ ਗਿਆ, ਜਿਹਨੂੰ ਕਿ 1812 ਦੇ ਵਿੱਚ ਨਜ਼ਰਬੰਦ ਕਰ ਲਿਆ ਸੀ। ਤਾਂ ਉਹਨਾਂ ਦੀ ਜਿਹੜੀ ਪਤਨੀ ਸੀਗੀ ਨਾ, ਪਤਨੀ ਸੀਗੇ ਉਹਨਾਂ ਦੇ ਵਫਾ ਬੇਗਮ, ਤਾਂ ਉਹਨਾਂ ਨੇ ਇਹ ਹੀਰਾ ਉਸਦੇ ਪਤੀ ਦੀ ਜਾਨ ਬਚਾਉਣ ਦੀ ਸੂਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦੇਣ ਦਾ ਵਚਨ ਕੀਤਾ। ਸੋ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਵਚਨ ਪੂਰਾ ਕੀਤਾ ਤਾਂ ਉਹਨਾਂ ਨੇ ਕੀ ਕੀਤਾ ਜੀ, ਸ਼ਾਹ ਸੂਜਾ ਦੀ ਜਾਨ ਬਚਾਈ। ਤਾਂ ਬਦਲੇ ਦੇ ਵਿੱਚ 1813 ਈਸਵੀ ਦੇ ਵਿੱਚ ਕੋਹੇਨੂਰ ਹੀਰਾ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਗਿਆ ਸੀ। ਫਿਰ ਇਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਕੋਲੇ ਚਲੇ ਗਿਆ ਸੀ। ਪਰ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਦੇ ਭਾਰਤ ਸਾਮਰਾਜ, ਮਤਲਬ ਪੰਜਾਬ ਅੰਗਰੇਜ਼ੀ ਰਾਜ ਦੇ ਵਿੱਚ ਮਿਲ ਗਿਆ ਸੀ, ਠੀਕ ਆ। ਉਸ ਤੋਂ ਬਾਅਦ ਆਪਾਂ ਦੇਖਿਆ ਸੈਕੰਡ ਐਂਗਲੋ ਵਾਰ ਹੋਈ ਸੀ 1849 ਦੇ ਵਿੱਚ ਜਦੋਂ, ਤਾਂ ਉਸ ਤੋਂ ਬਾਅਦ ਡਲਹੌਜੀ ਨੇ ਲਾਰਡ ਡਲਹੌਜੀ ਨੇ ਐਨੈਕਸ ਕਰ ਲਿਆ ਸੀਗਾ, ਠੀਕ ਆ, ਆਪਣੇ ਪੰਜਾਬ ਨੂੰ ਵੀ ਬ੍ਰਿਟਿਸ਼ ਇੰਡੀਆ ਦੇ ਵਿੱਚ ਮਿਲਾ ਲਿਆ ਸੀਗਾ। ਤਾਂ ਉਹ ਅੰਗਰੇਜ਼ਾਂ ਦੇ ਕੋਲੇ ਚਲਿਆ ਗਿਆ ਸੀ ਉਦੋਂ, ਠੀਕ ਆ ਜੀ। ਸੋ ਇਹਦੇ ਵਿੱਚ ਵੀ ਕੁਐਸਚਨ ਤੁਹਾਡਾ ਇੱਕ ਅੱਧਾ ਬਣ ਸਕਦਾ ਵਾ। ਹਾਂਜੀ, ਆਹ ਮੋਸਟ ਇੰਪੋਰਟੈਂਟ ਆ, ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ। ਕਈ ਵਾਰ ਤੁਹਾਨੂੰ ਸਟੇਟਮੈਂਟ ਵਾਈਜ਼ ਵੀ ਪੁੱਛ ਸਕਦੇ ਆ। ਮਹਾਰਾਜਾ ਰਣਜੀਤ ਸਿੰਘ ਦੇ ਸਕਸੈਸਰ ਮਤਲਬ ਕਿ ਉੱਤਰਾਧਿਕਾਰੀ ਵਾਰਿਸ ਕੌਣ ਸੀ? ਦੇਖੋ ਜੀ, ਖੜਕ ਸਿੰਘ ਸੀ, ਕਿਉਂਕਿ 1839-40 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਸੀ ਇਹ, ਠੀਕ ਆ। ਨੈਕਸਟ ਨੌ ਨਿਹਾਲ ਸਿੰਘ ਸੀਗੇ। ਨੌ ਨਿਹਾਲ ਸਿੰਘ ਜਿਹੜੇ ਸੀਗੇ ਇਹ ਸੀਗੇ ਜੀ ਆਪਣੇ ਖੜਕ ਸਿੰਘ ਦੇ ਪੁੱਤਰ ਸੀ, ਠੀਕ ਆ ਜੀ। ਖੜਕ ਸਿੰਘ ਦੇ ਪੁੱਤਰ ਸੀ ਨੌ ਨਿਹਾਲ ਸਿੰਘ, 1840 'ਚ ਬਣੇ ਸੀ। ਬਟ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਕਿ ਆਪਸ ਦੇ ਵਿੱਚ ਸਮਟਾਈਮ ਲੜਾਈ ਹੋ ਜਾਂਦੀ ਸੀ, ਤਾਂ ਉਹਨਾਂ ਦੀ ਜਦੋਂ ਮੌਤ ਹੋ ਜਾਂਦੀ ਸੀ ਜਾਂ ਕਿਸੇ ਕਾਰਨ ਦੇ ਕਰਕੇ, ਸੋ ਅਗਲਾ ਉੱਤਰਾਧਿਕਾਰੀ ਬਣ ਜਾਂਦਾ ਸੀਗਾ। ਤਾਂ ਆਪਾਂ ਦੇਖਦੇ ਹਾਂ ਕਿ ਅੰਗਰੇਜ਼ਾਂ ਨੇ ਇਹ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਲਿਆ ਸੀ, ਕਿਉਂਕਿ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਆਪਾਂ ਨੂੰ ਕੋਈ ਵੀ ਸਿੱਖ ਅੰਪਾਇਰ ਨੂੰ ਕੋਈ ਵੀ ਮਹੱਤਵਪੂਰਨ ਮਤਲਬ ਤਾਕਤਵਰ ਸ਼ਾਸਕ ਨਹੀਂ ਸੀ ਮਿਲਿਆ ਜਿਹੜਾ ਕਿ ਸ਼ਾਸਨ ਚੰਗੀ ਤਰ੍ਹਾਂ ਨਾਲ ਚਲਾ ਸਕੇ। ਚੰਦ ਕੌਰ ਜੀ ਸੀਗੇ ਜਿਹੜੇ ਕਿ ਨੌ ਨਿਹਾਲ ਦੇ ਮਾਤਾ ਜੀ ਸੀਗੇ, ਠੀਕ ਹੈ। ਉਹ 1840-41 'ਚ, ਸ਼ੇਰ ਸਿੰਘ 1841-43 'ਚ, ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਸੀ। ਦਲੀਪ ਸਿੰਘ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸੀ, ਉਹਨਾਂ ਨੇ ਵੀ ਆਪਣਾ 43 ਤੋਂ ਲੈ ਕੇ 49 ਤੱਕ ਰਹੇ। ਹੁਣ ਦੇਖੋ ਜੀ, ਇਹਦੇ ਵਿੱਚ ਪੇਪਰ ਦੇ ਵਿੱਚ ਜ਼ਿਆਦਾਤਰ ਕੁਐਸਚਨ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਕਸੈਸਰ ਕੌਣ ਸੀ। ਸੋ ਖੜਕ ਸਿੰਘ ਤੇ ਹੀ ਜ਼ਿਆਦਾਤਰ ਕੁਐਸਚਨ ਬਣਦਾ। ਜੇਕਰ ਤੁਹਾਨੂੰ ਸਿਸਟਮੈਟਿਕ ਵਾਈਜ਼ ਪੁੱਛੇ ਤਾਂ ਤੁਸੀਂ ਇਹਨਾਂ ਨੂੰ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ, ਡੇਟਸ, ਠੀਕ ਹੈ। ਡੇਟਸ ਨਹੀਂ ਉਹ ਪੁੱਛਣਗੇ। ਖੜਕ ਸਿੰਘ, ਨੌ ਨਿਹਾਲ ਸਿੰਘ, ਚੰਦ ਕੌਰ, ਸ਼ੇਰ ਸਿੰਘ ਤੇ ਦਲੀਪ ਸਿੰਘ, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰਨਾ। ਸੋ ਮਹਾਰਾਜਾ ਰਣਜੀਤ ਸਿੰਘ, ਹੁਣ ਆਪਾਂ ਕਰਾਂਗੇ ਮਹਾਰਾਜਾ ਦਲੀਪ ਸਿੰਘ। ਇਹ ਥੋੜ੍ਹਾ ਜਿਹਾ ਇੰਪੋਰਟੈਂਟ ਬਣਦਾ ਵਾ, ਇਹਦੇ ਉੱਤੇ ਪੇਪਰ ਦੇ ਵਿੱਚ ਕੁਐਸਚਨ ਬਣ ਜਾਂਦਾ। ਸੋ ਇਹਨਾਂ ਨੂੰ ਉੱਪਰ ਵਾਲਿਆਂ ਦੇ ਉੱਤੇ ਹੋਰ ਕੋਈ ਕੁਐਸਚਨ ਨਹੀਂ ਬਣੇਗਾ। ਸੋ ਆਪਾਂ ਇਹ ਵੀ ਧਿਆਨ ਰੱਖਣਾ ਵਾ ਕਿ ਕਿਹੜੀ ਚੀਜ਼ ਪੜ੍ਹਨੀ ਆ, ਕਿਹੜੀ ਚੀਜ਼ ਛੱਡਣੀ ਆ, ਕਿਉਂਕਿ ਅਗਰ ਆਪਾਂ ਸਾਰਾ ਵੀ ਪੜ੍ਹੀ ਜਾਵਾਂਗੇ ਉਹਦੇ ਨਾਲ ਵੀ ਆਪਣਾ ਟਾਈਮ ਵੇਸਟ ਹੋਏਗਾ। ਸੋ ਆਪਾਂ ਸਿਰਫ ਓਨਾ ਹੀ ਪੜ੍ਹਾਂਗੇ ਜਿੰਨਾ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ ਤੇ ਉਹਦੇ ਨਾਲ ਰਿਲੇਟ ਕਰਕੇ ਆਪਾਂ ਪੜ੍ਹ ਸਕਦੇ ਹਾਂ, ਠੀਕ ਆ।
ਸੋ ਦਲੀਪ ਸਿੰਘ ਪੰਜਾਬ ਦੇ ਆਖਰੀ ਰਾਜਾ ਸੀ। ਸੋ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਭ ਤੋਂ ਛੋਟਾ ਪੁੱਤਰ ਸੀ। ਸੋ ਉਹਨਾਂ ਨੇ ਕੀ ਕੀਤਾ ਜੀ, ਸ਼ੇਰ ਸਿੰਘ ਦੀ ਹੱਤਿਆ ਹੋ ਗਈ ਸੀ ਜਦੋਂ, ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦਾ ਰਾਜਾ ਬਣਾਇਆ ਗਿਆ। ਜਦੋਂ ਮਹਾਰਾਜਾ ਉਹ ਬਣੇ ਤਾਂ ਉਹਨਾਂ ਦੀ ਉਮਰ ਕੇਵਲ 5 ਸਾਲ ਸੀ ਅਤੇ ਉਹਨਾਂ ਦੀ ਮਾਤਾ ਸੀਗੇ ਜਿਹੜੇ ਮਹਾਰਾਣੀ ਜਿੰਦ ਕੌਰ ਜੀ, ਉਹਨਾਂ ਦੇ ਪ੍ਰਤੀਨਿਧੀ ਬਣੇ। ਠੀਕ ਹੈ ਜੀ। ਸੋ ਦਲੀਪ ਸਿੰਘ ਜੀ ਜਿਹੜੇ ਸੀਗੇ ਉਹ ਪੰਜਾਬ ਦੇ ਅਖੀਰਲੇ ਰਾਜਾ ਸੀ। ਇੱਕ ਕੁਐਸਚਨ ਇਹ ਬਣਦਾ ਕਿ ਪੰਜਾਬ ਦੇ ਜਿਹੜੇ ਅਖੀਰਲੇ ਰਾਜਾ ਕੌਣ ਸੀ, ਮਹਾਰਾਜਾ ਕੌਣ ਸੀ? ਉਹ ਦਲੀਪ ਸਿੰਘ ਸੀ। ਸੋ ਜਿਨ੍ਹਾਂ ਨੇ 2 ਐਂਗਲੋ ਸਿੱਖ ਲੜਾਈਆਂ ਮਗਰੋਂ ਭਾਰਤ ਨੂੰ ਬਰਤਾਨਵੀ ਸਮਾਜ ਵਿੱਚ ਜਦੋਂ ਮਿਲਾ ਲਿਆ ਸੀ, ਠੀਕ ਆ, ਉਸ ਤੋਂ ਬਾਅਦ ਦਲੀਪ ਸਿੰਘ ਨੂੰ ਤਾਜ ਅਤੇ ਰਾਜ ਤੋਂ ਵਾਂਝਾ ਕਰ ਦਿੱਤਾ ਗਿਆ ਸੀ। ਸੋ ਇਹ ਆਪਾਂ ਸਾਰਾ ਜਦੋਂ ਆਪਾਂ ਐਂਗਲੋ ਸਿੱਖ ਵਾਰ ਪੜਾਂਗੇ ਉਹਦੇ ਵਿੱਚ ਪੜਾਂਗੇ। ਹੁਣ ਦੇਖੋ ਜੀ, ਮੈਂ ਤੁਹਾਡੇ ਲਈ MCQ ਲੈ ਕੇ ਆਇਆ, ਬਹੁਤ ਇੰਪੋਰਟੈਂਟ MCQ ਨੇ, ਠੀਕ ਆ, 7 ਤੇ 8 ਨੰਬਰ ਕਲਾਸ ਦੇ MCQ ਨੇ। ਸੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਵਾ, ਬਹੁਤ ਇੰਪੋਰਟੈਂਟ ਰਹਿਣਗੇ। ਸੋ 22 ਕੁਐਸਚਨ ਮੈਂ ਇੰਪੋਰਟੈਂਟ ਲੈ ਕੇ ਆਇਆ ਮੈਂ ਇਹਨਾਂ ਦੋਨਾਂ ਟੌਪਿਕਸ ਦੇ ਉੱਤੇ। ਤੁਸੀਂ ਕੀ ਕਰਨੇ ਆ, ਤੁਸੀਂ ਕਮੈਂਟ ਬਾਕਸ ਦੇ ਵਿੱਚ ਪੂਰਾ ਸੀਰੀਅਸ ਹੋ ਕੇ, ਠੀਕ ਹੈ, ਇਹਨੂੰ ਮੌਕ ਟੈਸਟ ਵਾਂਗੂ ਲਓ। ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦਾ ਸਕੋਰ ਦੱਸਣਾ ਵਾ, ਜੇਕਰ ਤੁਸੀਂ ਪਹਿਲੀਆਂ ਦੋਨੇ ਕਲਾਸਾਂ ਦੇਖੀਆਂ ਨੇ ਕਿ ਤੁਹਾਡੇ ਕਿੰਨੇ ਸਹੀ ਗਏ। ਸੋ ਅਗਰ ਤੁਹਾਡੇ ਸਹੀ ਨਹੀਂ ਜਾ ਰਹੇਗੇ ਤਾਂ ਜਾਂ ਤਾਂ ਤੁਸੀਂ ਵੀਡੀਓ ਚੰਗੀ ਤਰ੍ਹਾਂ ਨਹੀਂ ਦੇਖੀ। ਇੱਕ ਵਾਰੀ ਵੀਡੀਓ ਦੇਖੋ, ਜੇ ਵੀਡੀਓ ਨਹੀਂ ਤਾਂ PDF ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰ ਦੇਣੀਆਂ, ਜਾਂ ਜਾ ਕੇ ਤੁਸੀਂ PDF ਦੇਖੋ। ਹਾਂ ਜੀ, ਬੰਦਾ ਸਿੰਘ ਬਹਾਦਰ ਦਾ ਅਸਲੀ ਨਾਮ, origignal ਨੇਮ ਦੱਸੋ ਜੀ ਬੰਦਾ ਸਿੰਘ ਬਹਾਦਰ ਦਾ। ਇਹ ਵਾਲਾ ਕੁਐਸਚਨ ਜਿਹੜਾ ਵਾ ਨਾ, ਇਹ ਕੁਐਸਚਨ ਆਪਣਾ PPSC ਦੇ ਇੱਕ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ, ਤਾਂ PSSB ਦੇ ਪੇਪਰ ਦੇ ਵਿੱਚ ਵੀ 1-2 ਵਾਰੀ ਰਿਪੀਟ ਹੋਇਆ ਇਹ ਕੁਐਸਚਨ। ਲਛਮਣ ਦੇਵ, ਮਾਧੋ ਦਾਸ, ਬੰਦਾ ਬੈਰਾਗੀ ਜਾਂ ਗੁਰਬਖਸ਼ ਸਿੰਘ, ਦੱਸੋ ਜੀ ਅਸਲੀ ਨੇਮ, ਮਤਲਬ ਪਹਿਲਾ ਨਾਮ ਜਿਹੜਾ ਕਿ ਬਚਪਨ ਦਾ ਨੇਮ ਹੁੰਦਾ ਉਹਨੂੰ ਅਸਲੀ ਨੇਮ ਕਹਿ ਦਿੰਦੇ ਹੁੰਦੇ ਆ। ਸੋ ਤੁਸੀਂ ਸੋਚ ਲਿਆ ਹੋਵੇਗਾ, ਲਛਮਣ ਦੇਵ ਇਹਦਾ ਬਿਲਕੁਲ ਸਹੀ ਆਨਸਰ ਜਾਏਗਾ। ਨੈਕਸਟ ਕਰਦੇ ਹਾਂ ਜੀ ਆਪਾਂ, ਬੰਦਾ ਸਿੰਘ ਬਹਾਦਰ ਦਾ ਜਿਹੜਾ ਜਨਮ ਸੀ ਉਹ ਦੱਸੋ ਜੀ ਕਿੱਥੇ ਹੋਇਆ ਸੀ। ਦੇਖੋ ਹੁਣ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਵਾ, ਕੀਤਾ ਹੋਇਆ ਆਪਾਂ ਸਾਰੇ ਕੀਤੇ ਹੋਏ ਨੇ, ਮੈਂ ਤਾਂ ਹੀ ਤੁਹਾਨੂੰ ਕਰਵਾ ਰਿਹਾ ਵਾਂ, ਪੇਪਰ 'ਚ ਬਣੇ ਹੋਏ ਨੇ ਇਹ ਕੁਐਸਚਨ। ਅੰਮ੍ਰਿਤਸਰ 'ਚ, ਮੁਲਤਾਨ 'ਚ, ਕਸ਼ਮੀਰ 'ਚ ਜਾਂ ਲਾਹੌਰ 'ਚ। ਦੇਖੋ ਜੀ, ਜੇ ਤੁਸੀਂ ਆਪਣੀਆਂ ਕਲਾਸਾਂ ਚੰਗੀ ਤਰ੍ਹਾਂ ਦੇਖੀਆਂ ਨੇ ਜਾਂ ਤੁਸੀਂ PDF ਪੜ੍ਹੀ ਆ ਤਾਂ ਤੁਹਾਨੂੰ ਇਹ ਪਤਾ ਹੋਏਗਾ। ਬਿਲਕੁਲ ਸਹੀ ਜੀ, ਕਸ਼ਮੀਰ ਆਪਣਾ ਸਹੀ ਆਨਸਰ, ਕਸ਼ਮੀਰ ਦੇ ਵੀ ਰਾਜੌਰੀ ਜ਼ਿਲ੍ਹੇ ਦੇ ਵਿੱਚ, ਠੀਕ ਹੈ ਜੀ। ਕਹਿੰਦਾ ਜੀ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਮਿਲੇ ਸੀ, ਦੱਸੋ ਜੀ ਕਦੋਂ ਮਿਲੇ ਸੀ? 1706 'ਚ ਮਿਲੇ ਸੀ, 7 'ਚ ਮਿਲੇ ਸੀ, 8 'ਚ ਮਿਲੇ ਸੀ ਜਾਂ 9 'ਚ ਮਿਲੇ ਸੀ? ਦੇਖੋ ਜੀ, ਸੋ ਤੁਸੀਂ ਸੋਚ ਲਿਆ ਹੋਗਾ 1708 'ਚ ਮਿਲੇ ਸੀਗੇ, ਨੰਦੇੜ ਦੇ ਵਿੱਚ ਮਿਲੇ ਸੀ, ਠੀਕ ਹੈ ਜੀ। ਸੋ ਹੋ ਗਿਆ ਹੋਇਆ ਜੀ। ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ? ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ, ਰਾਜਧਾਨੀ ਕਿਹਨੂੰ ਬਣਾਇਆ? ਕੀਤਾ ਹੋਇਆ ਵਾ ਆਪਾਂ ਕਸ਼ਮੀਰ, ਟੇਲ, ਲੋਹਗੜ੍ਹ ਤੇ ਕੈਥਲ, ਦੱਸੋ ਇਹਨਾਂ ਚੋਂ ਕਿਹਨੂੰ ਬਣਾਇਆ? ਸੋ ਤੁਸੀਂ ਸੋਚ ਲਿਆ ਹੋਏਗਾ ਲੋਹਗੜ੍ਹ ਨੂੰ ਬਣਾਇਆ, ਠੀਕ ਆ। ਪਹਿਲਾਂ ਸੀਗਾ ਮੁਖਲਿਵਰੀ ਸਰ ਨਾਮ ਸੀਗਾ ਉਹਦਾ, ਠੀਕ ਆ। ਉਸ ਤੋਂ ਬਾਅਦ ਉਹਨੂੰ ਲੋਹਗੜ੍ਹ ਦੇ ਕਿਲੇ ਦੇ ਲੋਹਗੜ੍ਹ ਨਾਮ ਚੇਂਜ ਕਰਕੇ ਲੋਹਗੜ੍ਹ ਰੱਖਦਾ ਤੇ ਉਹਨਾਂ ਨੂੰ ਹੀ ਆਪਣੀ ਰਾਜਧਾਨੀ ਬਣਾਇਆ ਸੀ। ਜਦੋਂ ਬੰਦਾ ਸਿੰਘ ਬਹਾਦਰ ਇੱਥੇ ਪੰਜਾਬ ਆ ਕੇ ਇਹਨਾਂ ਨੇ ਮੁਗਲਾਂ ਦੇ ਖਿਲਾਫ ਮੋਰਚਾ ਲਾਇਆ ਸੀ ਤੇ ਜਿੱਤਾਂ ਦਰਜ ਕੀਤੀਆਂ ਸੀ, ਠੀਕ ਆ, ਉਸ ਟਾਈਮ ਦੇ ਉੱਤੇ। ਸੋ ਬੰਦਾ ਸਿੰਘ ਬਹਾਦਰ ਨੂੰ ਕਿਸ ਥਾਂ ਤੇ ਸ਼ਹੀਦ ਕੀਤਾ ਗਿਆ, ਦੱਸੋ ਜੀ। ਇੰਪੋਰਟੈਂਟ ਕੁਐਸਚਨ ਬਣਦਾ, ਕਿੱਥੇ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਨੂੰ? ਦਿੱਲੀ, ਲਾਹੌਰ, ਲੋਹਗੜ੍ਹ ਜਾਂ ਮੁਲਤਾਨ? ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ, ਦੱਸੋ ਜੀ। ਸੋ ਸੋਚ ਲਿਆ ਹੋਵੇਗਾ ਦਿੱਲੀ 'ਚ ਸ਼ਹੀਦ ਕੀਤਾ ਸੀ, ਠੀਕ ਹੈ ਜੀ ਇਹਨਾਂ। ਨੈਕਸਟ ਕਰਦੇ ਹਾਂ ਜੀ, ਮੁਗਲ ਬਾਦਸ਼ਾਹ ਫਾਰੂਕ ਸ਼ੇਰ ਦੇ ਹੁਕਮਾਂ ਤੇ ਆਹ ਡੇਟ ਯਾਦ ਕਰਨੀਆਂ, 9 ਜੂਨ 1716, ਪੇਪਰ 'ਚ ਡਾਇਰੈਕਟ ਕੁਐਸਚਨ ਬਣਦਾ ਜੀ ਇਹ। ਬੰਦਾ ਸਿੰਘ ਬਹਾਦਰ ਦੀ ਮੁਗਲਾਂ ਨਾਲ ਆਖਰੀ ਲੜਾਈ ਦੱਸੋ ਜੀ ਕਿਹੜੀ ਸੀਗੀ? ਸਰਹਿੰਦ ਦੀ ਸੀਗੀ, ਸਮਾਣੇ ਦੀ ਸੀ, ਗੁਰਦਾਸ ਨੰਗਲ ਦੀ ਸੀ ਜਾਂ ਨਨ ਆਫ ਦੀਸ? ਇੰਪੋਰਟੈਂਟ ਕੁਐਸਚਨ ਆ ਜੀ, ਪੇਪਰ ਦੇ ਵਿੱਚ ਬਣੇ ਹੋਏ ਨੇ ਇਹ, ਇਸੇ ਲਈ ਮੈਂ ਇਹੀ ਕੁਐਸਚਨ ਐਡ ਕੀਤੇ ਨੇ ਜਿਹੜੇ ਆਪਣੇ ਪੰਜਾਬ ਦੇ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਬਣੇ ਨੇ। ਵੈਸੇ ਆਪਾਂ ਬਹੁਤ MCQ ਕਰਾਂਗੇ, ਉਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ। ਪੰਜਾਬ GK ਦੇ ਆਪਾਂ 500 ਬੈਸਟ MCQ ਕਰਾਂਗੇ। ਆਪਣਾ ਇੱਕ ਵਾਰੀ ਸਿਲੇਬਸ ਪੂਰਾ ਹੋ ਲੈਣ ਦਿਓ, ਕਿਉਂਕਿ ਇਹਦੀਆਂ ਜ਼ਿਆਦਾ ਕਲਾਸਾਂ ਨਹੀਂ ਬਣਨੀਆਂ ਮੇਰੇ ਅਕੋਰਡਿੰਗ। ਇਹਦੀਆਂ 8ਵੀਂ ਕਲਾਸ ਚੱਲ ਰਹੀ ਆ, 20 ਕਲਾਸਾਂ ਦੇ ਵਿੱਚ ਆਪਾਂ ਇਹਨੂੰ ਕੰਪਲੀਟ ਕਰ ਦੇਵਾਂਗੇ ਪੂਰੀ ਪੰਜਾਬ GK। ਹੋ ਸਕਦਾ ਇਸ ਤੋਂ ਪਹਿਲਾਂ, ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਤੋਂ ਪਹਿਲਾਂ ਹੀ ਨਿਬੜ ਜਾਵੇ ਇਹ। ਸੋ 20 ਕਲਾਸਾਂ ਦੀ ਵੀ ਜ਼ਰੂਰਤ ਨਹੀਂ ਪਏਗੀ ਆਪਾਂ ਨੂੰ। ਸੋ ਗੁਰਦਾਸ ਨੰਗਲ, ਠੀਕ ਹੈ ਜੀ, ਗੁਰਦਾਸ ਨੰਗਲ ਦੀ ਜਿਹੜੀ ਲੜਾਈ ਸੀ ਉਹ ਆਖਰੀ ਲੜਾਈ ਸੀ, ਠੀਕ ਹੈ ਜੀ, ਜਿਹਦੇ ਵਿੱਚ ਕਿ ਇਹਨਾਂ ਨੂੰ ਗੁਰਦਾਸ ਨੰਗਲ ਤੋਂ ਬਾਅਦ 'ਚੋਂ ਇਹ ਲੈ ਗਏ ਸੀਗੇ, ਠੀਕ ਹੈ ਜੀ, ਗ੍ਰਿਫਤਾਰ ਕਰਕੇ ਬੰਦੀ ਬਣਾ ਕੇ ਮੁਗਲ ਸੈਨਾ ਲੈ ਗਈ ਸੀ। ਸਰਹਿੰਦ ਦੀ ਲੜਾਈ ਦੱਸੋ ਜੀ ਕਿੱਥੇ ਲੜੀ ਗਈ ਸੀ? ਇੰਪੋਰਟੈਂਟ ਕੁਐਸਚਨ ਆ, ਸਮਾਣੇ 'ਚ, ਕਪੂਰ, ਠੀਕ ਆ ਜੀ, ਸੋਨੀਪਤ ਜਾਂ ਛੱਪੜਚਿੜੀ? ਇੰਪੋਰਟੈਂਟ ਕੁਐਸਚਨ ਬਣਦਾ ਜੀ ਇਹ, ਛੱਪੜਚਿੜੀ, ਠੀਕ ਆ, ਆਪਾਂ ਕੀਤਾ ਹੋਇਆ ਵਾ ਬਹੁਤ ਚੰਗੀ ਤਰ੍ਹਾਂ ਨਾਲ। ਸੋ ਇੱਕ ਨਾ ਹੋਰ ਕੁਐਸਚਨ ਬਣਦਾ, ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਮੈਮੋਰੀਅਲ ਯਾਦ ਦੇ ਵਿੱਚ ਨਾ ਇੱਕ ਬਣਾਇਆ ਹੋਇਆ ਵਾ, ਠੀਕ ਆ ਜੀ, ਮੈਮੋਰੀਅਲ ਬਣਾਇਆ ਹੋਇਆ ਵਾ ਪੰਜਾਬ ਸਰਕਾਰ ਨੇ, ਉਹ ਕਿੱਥੇ ਆ? ਉਹ ਵੀ ਛੱਪੜਚਿੜੀ ਦੇ ਵਿੱਚ ਹੀ ਸਥਿਤ ਆ, ਠੀਕ ਆ ਜੀ। ਸੋ ਇਹਦੇ ਨਾਲ ਤਾਲੁਕਾਤ ਰੱਖਦਾ ਵਾ, ਠੀਕ ਆ, ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿੱਚ ਸਥਿਤ ਹੈ। ਸੋ ਅਗਰ ਆਪਾਂ ਗੱਲ ਕਰੀਏ ਛੱਪੜਚਿੜੀ ਦੀ ਲੜਾਈ ਜਿਹੜੀ ਹੋਈ ਸੀ 1710 'ਚ ਹੋਈ ਸੀ, ਸਿੱਖਾਂ ਤੇ ਵਜ਼ੀਰ ਖਾਨ ਦੇ ਵਿਚਕਾਰ ਹੋਈ ਸੀ ਮੁਗਲਾਂ 'ਚ, ਜਿਹਦੇ ਵਿੱਚ ਕਿ ਵਜ਼ੀਰ ਖਾਨ ਮਾਰਿਆ ਗਿਆ ਸੀ।
ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਮ ਕੀ ਸੀ? ਇੰਪੋਰਟੈਂਟ ਕੁਐਸਚਨ ਬਣਦਾ, PPSC 'ਚ ਰਿਪੀਟ ਹੋਇਆ ਕੁਐਸਚਨ ਆ ਇਹ। ਸੋ ਸੋਚ ਲਿਆ ਹੋਏਗਾ ਜੀ ਤੁਸੀਂ। ਅਜੇ ਸਿੰਘ ਇਹਦਾ ਬਿਲਕੁਲ ਸਹੀ ਹੋਇਆ, ਜਿਨ੍ਹਾਂ ਨੂੰ ਕਿ ਮਤਲਬ ਕਿ ਧਰਮ ਪਰਿਵਰਤਨ ਕਰਨ ਲਈ ਜਦੋਂ ਫਾਰੂਕ ਸ਼ੇਰ ਉੱਥੇ ਲੈ ਗਏ ਸੀ ਦਿੱਲੀ, ਤਾਂ ਉੱਥੇ ਉਹਨਾਂ ਨੇ ਕੀ ਕੀਤਾ ਸੀਗਾ ਜੀ, ਮੁਗਲਾਂ ਨੇ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਜਾਂ ਤਾਂ ਧਰਮ ਪਰਿਵਰਤਨ ਕਰੋ। ਸੋ ਉਹਦੇ ਲਈ ਇਹਨਾਂ ਨੇ ਕੀ ਕੀਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਹੀ ਉਹਨਾਂ ਦੇ ਪੁੱਤਰ ਨੂੰ ਟੋਟੇ ਕਰ ਦਿੱਤੇ ਸੀ। ਸੋ ਉਸ ਤੋਂ ਬਾਅਦ ਵੀ ਉਹ ਨਹੀਂ ਡੋਲੇ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਠੀਕ ਹੈ ਜੀ, ਅੱਗੇ ਕਰਾਂਗੇ। ਬਾਬਾ ਬੰਦਾ ਬਹਾਦਰ ਨੂੰ ਕਿਸ ਮੁਗਲ ਬਾਦਸ਼ਾਹ ਦੇ ਹੁਕਮਾਂ 'ਤੇ ਸ਼ਹੀਦ ਕੀਤਾ ਗਿਆ? ਇਹ ਤਾਂ ਤੁਹਾਨੂੰ ਉਹ ਹੁਣ 2-3 ਵਾਰ ਰਿਪੀਟ ਹੋ ਗਿਆ, ਫਾਰੂਕ ਸ਼ੇਰ। ਠੀਕ ਹੈ ਜੀ, ਇਹ ਤਾਂ ਰਟ ਗਿਆ ਹੋਏਗਾ ਤੁਹਾਨੂੰ। ਨੈਕਸਟ ਆ ਗਿਆ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ? ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ, ਪੇਪਰ ਦੇ ਵਿੱਚ ਰਿਪੀਟ ਹੁੰਦਾ। 15 ਨਵੰਬਰ 1775, 13 ਨਵੰਬਰ 1780, 14 ਅਕਤੂਬਰ 1680। ਦੇਖੋ ਜੀ, ਕੀਤਾ ਹੋਇਆ ਵਾ ਇਹ ਸਿੱਧਾ ਤੁਹਾਡਾ ਐਲੀਮੀਨੇਟ ਹੀ ਹੋ ਜਾਂਦਾ ਵਾ, ਬਹੁਤ ਸੌਖਾ ਕੁਐਸਚਨ ਆ। 13 ਨਵੰਬਰ 1780 ਬਿਲਕੁਲ ਸਹੀ ਆ, ਗੁਜਰਾਂਵਾਲਾ ਪਾਕਿਸਤਾਨ 'ਚ ਹੋਇਆ ਸੀ। ਠੀਕ ਆ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀ? ਇਕਬਾਲ ਸਿੰਘ, ਸਰਦਾਰ ਨੌਧ ਸਿੰਘ, ਸਰਦਾਰ ਮਹਾਂ ਸਿੰਘ ਜਾਂ ਸਰਦਾਰ ਗੁਲਾਬ ਸਿੰਘ? ਇੰਪੋਰਟੈਂਟ ਕੁਐਸਚਨ ਹੈ ਜੀ। ਸੋ ਬਿਲਕੁਲ ਸਹੀ ਜੀ, ਸਰਦਾਰ ਮਹਾਂ ਸਿੰਘ, ਬਿਲਕੁਲ ਸਹੀ ਹੈ। ਮਾਤਾ ਦਾ ਨਾਮ ਰਾਜ ਕੌਰ ਸੀਗਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਕਿਸ ਮਿਸਲ ਦੇ ਆਗੂ ਸੀ? ਦੱਸੋ ਜੀ। ਨਕਈ ਮਿਸਲ, ਕਨਈਆ ਮਿਸਲ, ਸ਼ੁਕਰਾਚਾਰੀਆ ਜਾਂ ਨਨ ਆਫ ਦੀਸ? ਇੰਪੋਰਟੈਂਟ ਕੁਐਸਚਨ ਆ ਜੀ, ਸ਼ੁਕਰਾਚਾਰੀਆ। ਸੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਵੀ ਦੇ ਸਕਦੇ ਨੇ ਇਹਦੇ ਵਿੱਚ। ਸੋ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਪੁੱਛ ਸਕਦੇ ਨੇ। ਠੀਕ ਆ, ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ। ਜਿਨ੍ਹਾਂ ਦੇ ਕਿ ਫਾਊਂਡਰ ਜਿਹੜੇ ਜਿਹਦੀ ਸਥਾਪਨਾ ਕਿਹਨੇ ਕੀਤੀ ਸੀ? ਬੁੱਧ ਸਿੰਘ ਜੀ ਨੇ ਕੀਤੀ ਸੀ। ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਤਰਾਧਿਕਾਰੀ ਕੌਣ ਸੀ? ਦੱਸੋ ਜੀ। ਦਲੀਪ ਸਿੰਘ, ਖੜਕ ਸਿੰਘ, ਸ਼ੇਰ ਸਿੰਘ, ਨੌਨਿਹਾਲ ਸਿੰਘ। ਮੈਂ ਤੁਹਾਨੂੰ ਕਿਹਾ ਸੀਗਾ ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਨੇ, ਸੋ ਇਹ ਤੁਸੀਂ ਕਰਨੇ ਆ, ਮਿਸ ਨਹੀਂ ਕਰਨਾ ਜੀ। ਕੌਣ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਕਸੈਸਰ? ਦਲੀਪ ਸਿੰਘ, ਖੜਕ ਸਿੰਘ, ਸ਼ੇਰ ਸਿੰਘ, ਨੌਨਿਹਾਲ ਸਿੰਘ? ਦੱਸੋ ਜੀ। ਬਿਲਕੁਲ ਸਹੀ ਜੀ, ਖੜਕ ਸਿੰਘ ਇਹਨਾਂ ਦਾ ਸਕਸੈਸਰ ਸੀ, ਪਹਿਲਾਂ ਇਹ ਆਏ। ਠੀਕ ਆ ਜੀ। ਉਸ ਤੋਂ ਬਾਅਦ ਕੌਣ ਆਇਆ? ਉਸ ਤੋਂ ਬਾਅਦ ਨੌਨਿਹਾਲ ਸਿੰਘ, ਉਸ ਤੋਂ ਬਾਅਦ ਚੰਦ ਕੌਰ ਜੀ। ਠੀਕ ਆ ਜੀ। 4 ਨੰਬਰ ਦੇ ਉੱਤੇ ਸ਼ੇਰ ਸਿੰਘ। ਠੀਕ ਆ। 5 ਨੰਬਰ ਦੇ ਉੱਤੇ ਕੌਣ ਆਇਆ? ਦਲੀਪ ਸਿੰਘ। ਠੀਕ ਆ। ਸੋ ਇਹਨਾਂ ਨੂੰ ਸਿਸਟੇਮੈਟਿਕ ਵਾਈਜ਼ ਤੁਸੀਂ ਯਾਦ ਕਰ ਲੈਣਾ। ਠੀਕ ਆ ਜੀ। ਸਿੱਖ ਸਾਮਰਾਜ ਦਾ ਆਖਰੀ ਰਾਜਾ ਕੌਣ ਸੀ? ਦੱਸੋ ਜੀ। ਹੂ ਵਾਜ਼ ਦਾ ਲਾਸਟ ਕਿੰਗ ਆਫ ਸਿੱਖ ਅੰਪਾਇਰ? ਖੜਕ ਸਿੰਘ, ਸ਼ੇਰ ਸਿੰਘ, ਨੌਨਿਹਾਲ ਸਿੰਘ, ਦਲੀਪ ਸਿੰਘ। ਸੋ ਇਹ ਤਾਂ ਮੈਂ ਤੁਹਾਨੂੰ ਬਹੁਤ ਵਾਰ ਰਿਪੀਟ ਕਰਤਾ, ਦਲੀਪ ਸਿੰਘ ਤੁਹਾਨੂੰ ਪਤਾ ਹੀ ਹੋਏਗਾ। 15 ਨੰਬਰ ਕੁਐਸਚਨ ਆ ਗਿਆ, ਅੰਮ੍ਰਿਤਸਰ ਦੀ ਸੰਧੀ ਦੱਸੋ ਜੀ ਕਦੋਂ ਹੋਈ ਸੀ? 1801 'ਚ, 1809 'ਚ, 1849 'ਚ ਜਾਂ 1802 'ਚ? ਕਨਫਿਊਜ਼ ਕਰੇਗਾ ਐਗਜ਼ਾਮੀਨਰ ਤੁਹਾਨੂੰ ਇਸ ਤਰ੍ਹਾਂ ਦੇ ਕੁਐਸਚਨ ਦੇ ਪੇਪਰ ਦੇ ਵਿੱਚ। ਸੋ ਹੋ ਗਿਆ ਜੀ 1809 'ਚ ਹੋਈ ਸੀ, ਮਹਾਰਾਜਾ ਰਣਜੀਤ ਸਿੰਘ ਅਤੇ ਨਾਲ ਅੰਗਰੇਜ਼ਾਂ ਦੇ ਖਿਲਾਫ, ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ। ਨੈਕਸਟ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਕਦੋਂ ਹੋਈ ਸੀ? ਇੰਪੋਰਟੈਂਟ ਕੁਐਸਚਨ ਬਣਦਾ ਵਾ, ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ। 1838, 39, 37 ਜਾਂ 40? ਦੱਸੋ ਜੀ। 1839 'ਚ। ਠੀਕ ਹੈ ਜੀ, ਕਨਫਿਊਜ਼ ਨਹੀਂ ਹੋਣਾ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਦੋਂ ਕਬਜ਼ਾ ਕੀਤਾ? ਦੱਸੋ ਜੀ। 1799, 1819, 1805 ਜਾਂ 1836? ਸੋ ਆਪਣਾ ਨਾ ਇੱਕ ਹਰੀ ਸਿੰਘ ਨਲੂਆ ਦਾ ਟੌਪਿਕ ਪਿਆ ਵਾ। ਸੋ ਇਹ ਸਾਰੇ ਜਿਹੜੇ ਟੌਪਿਕ ਨੇ, ਜਿਹੜੇ ਇੰਪੋਰਟੈਂਟ ਟੌਪਿਕ, ਜਿਹੜੇ ਜਿੱਦਾਂ ਕਿ ਜੱਸਾ ਸਿੰਘ ਆਹਲੂਵਾਲੀਆ ਵੀ ਹੋ ਗਏ, ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਵੀ ਮੈਂ ਅਲੱਗ ਤੋਂ ਉਹਨਾਂ ਦੀ ਇੱਕ ਕਲਾਸ ਤਿਆਰ ਕਰੂੰਗਾ। ਠੀਕ ਆ। ਸੋ ਉਹਨਾਂ ਨੂੰ ਆਪਾਂ ਜਿਹੜੇ ਇੰਪੋਰਟੈਂਟ ਪਰਸਨੈਲਿਟੀਜ਼ ਨੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ, ਠੀਕ ਆ, ਪੁਰਾਣੀਆਂ ਜਾਂ ਸ਼ਾਸਕ ਹੋ ਗਏ, ਇਹਨਾਂ ਨੂੰ ਆਪਾਂ ਅਲੱਗ ਤੋਂ ਵੀ ਇੱਕ ਕਲਾਸ ਦੇ ਵਿੱਚ ਜਾਂ 2 ਕਲਾਸਾਂ ਦੇ ਵਿੱਚ ਮੈਂ ਕੰਪਲੀਟ ਕਰੂੰਗਾ। ਸੋ ਤੁਸੀਂ ਉਹ ਨਹੀਂ ਕਰਨਾ ਕਿ ਆਪਾਂ ਹਰੀ ਸਿੰਘ ਨਲੂਆ ਨਹੀਂ ਪੜ੍ਹ ਰਹੇਗੇ। ਸੋ ਸਾਰੇ ਮੈਂ ਅਲੱਗ ਰੱਖੇ ਹੋਏ ਨੇ। ਠੀਕ ਹੈ ਜੀ। ਉਹਦੀ ਆਪਾਂ ਇੱਕ ਕਲਾਸ ਇੱਕ ਅਲੱਗ ਤੋਂ ਕਰਾਂਗੇ, ਫਿਰ ਉਹਦੇ ਵਿੱਚ ਆਏ ਆ ਨਾ ਵਿਚਾਲੇ ਆਪਣਾ ਕੋਈ ਮਿਸ ਨਹੀਂ ਹੋਊਗਾ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕਦੋਂ ਕੀਤਾ ਸੀ? ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ। 1799 'ਚ ਕੀਤਾ ਸੀ। ਨੈਕਸਟ ਕੁਐਸਚਨ ਕਰਦੇ ਹਾਂ ਜੀ, 18 ਨੰਬਰ ਕੁਐਸਚਨ 'ਤੇ ਆ ਗਿਆ ਆਪਾਂ। ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਤਾਜਪੋਸ਼ੀ ਕਦੋਂ ਹੋਈ ਸੀ, ਜਾਂ ਉਹਨਾਂ ਨੂੰ ਮਹਾਰਾਜਾ ਕਦੋਂ ਘੋਸ਼ਿਤ ਕੀਤਾ ਸੀ? ਠੀਕ ਹੈ, ਦੱਸਣਾ ਜੀ। 1799, 1819, 1805 ਜਾਂ 1801? ਇੰਪੋਰਟੈਂਟ ਕੁਐਸਚਨ ਆ ਜੀ, ਸੋਚ ਲਓ ਤੁਸੀਂ ਕਿ ਦੇਖੀਏ ਤੁਸੀਂ ਥਿਊਰੀ ਕੀਤੀ ਆ, ਤੁਹਾਨੂੰ ਯਾਦ ਆਉਂਦਾ ਵਾ ਕਿ ਨਹੀਂ ਆਉਂਦਾ ਵਾ। ਬਿਲਕੁਲ ਸਹੀ ਜੀ, 1801। ਅਗਰ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਵਾ ਤਾਂ ਤੁਹਾਨੂੰ ਯਾਦ ਆ ਜਾਏਗਾ। ਸੋ ਇੱਕ ਵਾਰੀ ਨਾ ਲੈਕਚਰ ਦੇਖ ਕੇ ਤੁਸੀਂ ਕੋਸ਼ਿਸ਼ ਕਰਿਆ ਕਰੋ। ਮੇਰੀ PDF ਮੈਂ ਨਾਲੇ ਨਾਲ ਹੀ ਤੁਹਾਡੀ ਜਾਂ ਰਾਤ ਨੂੰ ਜਾਂ ਦੂਜੇ ਦਿਨ ਸਵੇਰੇ ਮੈਂ ਆਪਣਾ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕਰ ਦਿੰਦਾ ਹੁੰਦਾ। ਤੁਸੀਂ ਪਲੀਜ਼ ਉਹਨੂੰ ਇੱਕ ਵਾਰੀ ਰਿਵਾਈਜ਼ ਤੁਰੰਤ ਕਰਨੀ ਆ। ਠੀਕ ਆ। ਸੋ ਇਹਦੇ ਲਈ ਇਹਦੇ ਨਾਲ ਤੁਸੀਂ ਕੋਈ ਕਾਲ ਨਹੀਂ ਕਰਨੀ। ਇੱਕ ਵਾਰੀ ਤੁਸੀਂ ਉਹ ਨਹੀਂ, ਚਾਹੇ ਤੁਸੀਂ ਕਲਾਸ ਦੇਖੀ ਹੋਈ ਆ, PDF ਰਿਵਾਈਜ਼ ਕਰਨ ਨੂੰ ਤੁਹਾਨੂੰ ਸਿਰਫ 5 ਮਿੰਟ ਲੱਗਣਗੇ ਜੇ ਤੁਸੀਂ ਕਲਾਸ ਆਪਣੀ ਦੇਖੀ ਆ।
5 ਤੋਂ 10 ਮਿੰਟ ਦੇ ਵਿੱਚ ਤੁਸੀਂ ਪੂਰੀ ਕਲਾਸ ਦੀ PDF ਰਿਵਾਈਜ਼ ਕਰ ਲਓਗੇ। ਪਰ ਜੇ ਤੁਸੀਂ ਪਹਿਲਾਂ ਸਿੱਧੀ PDF ਦੇਖੋਗੇ ਫਿਰ ਤੁਹਾਨੂੰ ਥੋੜੀ ਦਿੱਕਤ ਹੋਊਗੀ, ਕਿਉਂਕਿ ਫਿਰ ਤੁਸੀਂ ਸਿਰਫ ਬਹੁਤ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਵਾ। ਜੇ ਤੁਸੀਂ ਕਲਾਸ ਦੇਖ ਕੇ ਕਰੋਗੇ ਉਸ ਤੋਂ ਬਾਅਦ ਸਿਰਫ ਤੁਸੀਂ ਜਿਹੜੇ ਇੰਪੋਰਟੈਂਟ ਜਿਹੜੇ ਮੇਰੇ ਹਾਈਲਾਈਟ ਕੀਤੇ ਹੋਇਆ ਤੁਸੀਂ ਉਹੀ ਦੇਖੋਗੇ ਤਾਂ ਵੀ ਤੁਹਾਨੂੰ ਸਾਰੀ ਸਟੋਰੀ ਮਾਈਂਡ ਦੇ ਵਿੱਚ ਆ ਜਾਏਗੀ। ਠੀਕ ਹੈ ਜੀ। 12 ਅਪ੍ਰੈਲ 1801। ਸੋ ਨਾਲ ਤੁਸੀਂ ਇਹ ਵੀ ਡੇਟ ਵੀ ਯਾਦ ਕਰਦੇ। ਇਹਨਾਂ ਵਿੱਚੋਂ ਕਿਸ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ, ਦੱਸੋ ਜੀ। ਕਪੂਰ ਸਿੰਘ ਜੀ, ਨਵਾਬ ਕਪੂਰ ਸਿੰਘ, ਸ਼ੇਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਜਾਂ ਬੰਦਾ ਬਹਾਦਰ, ਦੱਸੋ ਜੀ। ਸੋ ਇੰਪੋਰਟੈਂਟ ਬਣਦਾ ਵਾ ਜੀ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ। ਨਵਾਬ ਕਪੂਰ ਸਿੰਘ ਨੇ ਬਾਅਦ ਵਿੱਚ ਇਹਨਾਂ ਨੂੰ ਮਤਲਬ 2 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ, ਇੱਕ ਬੁੱਢਾ ਦਲ, ਇੱਕ ਤਰੁਣਾ ਦਲ। ਠੀਕ ਹੈ ਜੀ। ਸੁਲਤਾਨ ਉਲ ਕੌਮ ਕਿਹਨੂੰ ਕਿਹਾ ਜਾਂਦਾ ਵਾ, ਮੋਸਟ ਇੰਪੋਰਟੈਂਟ ਤੇ ਰਿਪੀਟਡ ਕੁਐਸਚਨ। ਸੋ ਇਹਦੇ ਵਿੱਚ ਮੈਂ ਆਪਸ਼ਨ ਥੋੜੀ ਜਿਹੀ ਇੱਕ ਗਲਤ ਲੈ ਆਇਆ, ਸੋ ਤੁਸੀਂ ਕਨਫਿਊਜ਼ ਹੋ ਸਕਦੇ ਸੀ ਇਹਦੇ ਵਿੱਚ। ਨਵਾਬ ਕਪੂਰ ਸਿੰਘ, ਮਹਾਰਾਜਾ ਰਣਜੀਤ ਸਿੰਘ, ਜੱਸਾ ਸਿੰਘ ਆਹਲੂਵਾਲੀਆ ਜਾਂ ਬੰਦਾ ਬਹਾਦਰ। ਬਿਲਕੁਲ ਸਹੀ ਜੀ, ਜੱਸਾ ਸਿੰਘ ਆਹਲੂਵਾਲੀਆ ਸਹੀ ਹੋਊਗਾ। ਸੋ ਨਾ ਕਈ ਵਾਰ ਪੇਪਰ ਦੇ ਵਿੱਚ ਕਨਫਿਊਜ਼ ਕਰਨ ਲਈ ਉਹ ਜੱਸਾ ਸਿੰਘ ਰਾਮਗੜੀਆ ਦੇ ਦੇਣਗੇ, ਤੁਹਾਨੂੰ ਕਨਫਿਊਜ਼ ਨਹੀਂ ਹੋਣਾ ਤੁਸੀਂ। ਠੀਕ ਆ, ਜੱਸਾ ਸਿੰਘ ਰਾਮਗੜੀਆ ਨਹੀਂ, ਉਹ ਰਾਮਗੜੀਆ ਮਿਸਲ ਦੇ ਸੀਗੇ। ਸੋ ਜੱਸਾ ਸਿੰਘ ਆਹਲੂਵਾਲੀਆ ਬਿਲਕੁਲ ਸਹੀ ਹੋਏਗਾ ਆਪਣਾ। 21 ਨੰਬਰ ਕੁਐਸਚਨ ਆ ਗਿਆ ਜੀ ਸਾਡਾ, ਛੋਟਾ ਘੱਲੂਘਾਰਾ ਕਦੋਂ ਹੋਇਆ ਸੀ ਜੀ, 1745 ਚ, 46 ਚ, 62 ਚ ਜਾਂ 1805 ਦੇ ਵਿੱਚ ਕੀਤਾ ਹੋਇਆ ਜੀ ਆਪਾਂ। 1846 ਈਸਵੀ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ ਸੀ, ਜਿੱਥੇ ਕਿ ਮੁਗਲਾਂ ਨੇ ਹਮਲਾ ਕੀਤਾ ਸੀਗਾ ਤੇ ਬਹੁਤ ਸਾਰੇ ਸਿੱਖਾਂ ਦੀਆਂ ਇਹਦੇ ਵਿੱਚ ਜਾਨਾਂ ਚਲੀਆਂ ਗਈਆਂ ਸੀ। ਸੋ ਇਹਦੇ ਨਾਲ ਤੁਹਾਨੂੰ ਮੈਂ ਇੱਕ ਕੁਐਸਚਨ ਪੁੱਟ ਕਰਦਾ, ਤੁਸੀਂ ਮੈਨੂੰ ਦੱਸਣਾ ਕਿ ਜਿਹੜਾ ਕਿ ਛੋਟਾ ਘੱਲੂਘਾਰਾ ਹੋਇਆ ਸੀ ਕਿੱਥੇ ਹੋਇਆ ਸੀ, ਮਤਲਬ ਕਿਹੜੇ ਜ਼ਿਲ੍ਹੇ ਦੇ, ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ ਸੀ। ਠੀਕ ਹੈ, ਕਿਹੜੇ ਸਥਾਨ ਦੇ ਉੱਤੇ ਹੋਇਆ ਸੀ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ। ਇਸੇ ਤਰ੍ਹਾਂ ਤੁਸੀਂ ਵੱਡੇ ਘੱਲੂਘਾਰੇ ਦਾ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ। ਠੀਕ ਹੈ ਜੀ। ਸੋ ਅਗਰ ਤੁਹਾਨੂੰ ਨਹੀਂ ਪਤਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਇਹ ਚੀਜ਼ ਬਾਰੇ। ਠੀਕ ਆ, ਵੱਡਾ ਘੱਲੂਘਾਰਾ ਕਦੋਂ ਹੋਇਆ ਸੀ, 45 ਚ, 1746 ਚ, 1762 ਚ ਜਾਂ 1805 ਦੇ ਵਿੱਚ। ਬਿਲਕੁਲ ਸਹੀ ਜੀ, 1762 ਦੇ ਵਿੱਚ ਹੋਇਆ ਸੀ। ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਅਟੈਕ ਕਰਤਾ ਸੀ, ਜਦੋਂ 1761 ਦੇ ਵਿੱਚ ਉਹ ਪਾਣੀਪਤ ਦੀ ਤੀਜੀ ਲੜਾਈ ਜਿੱਤ ਕੇ ਵਾਪਸ ਆ ਰਿਹਾ ਸੀਗਾ। ਸੋ ਇਹ ਆਪਣਾ ਸਾਰਾ ਕਰ ਲਿਆ ਹੋਇਆ ਵਾ। ਠੀਕ ਆ, ਹੁਣ ਆਪਣੇ 22 ਕੁਐਸਚਨ ਹੈ, ਤੁਸੀਂ ਆਪਦੇ ਕਮੈਂਟ ਬਾਕਸ ਦੇ ਵਿੱਚ ਆਪਦੇ ਮਾਰਕਸ ਦੱਸਣੇ ਆ ਕਿ 22 ਦੇ ਵਿੱਚੋਂ ਕਿੰਨੇ ਸਹੀ ਗਏ। ਜੇ ਤੁਹਾਡੇ ਨੰਬਰ ਘੱਟ ਬਣ ਰਹੇ ਨੇ, ਮਤਲਬ ਤੁਹਾਡੇ ਜ਼ਿਆਦਾ ਸਹੀ ਨਹੀਂ ਗਏ, ਤਾਂ ਤੁਹਾਨੂੰ ਇੱਕ ਵਾਰੀ ਇਹਨੂੰ PDF ਨੂੰ ਰਿਵਾਈਜ਼ ਕਰੋ, ਥਿਊਰੀ ਦੀ PDF, MCQ ਦੀ PDF ਨਹੀਂ, ਥਿਊਰੀ ਦੀ PDF ਰਿਵਾਈਜ਼ ਕਰੋ। MCQ ਬਾਅਦ 'ਚ ਦੇਖੋਗੇ ਫਿਰ ਤੁਹਾਡੇ ਸੋਲਵ ਹੋ ਜਾਣਗੇ। ਜਦੋਂ ਤੁਸੀਂ ਵੀ MCQ ਕਰਦੇ ਹੁੰਦੇ ਹੋ ਨਾ, ਮਤਲਬ ਮੇਰੀ ਆਪਸ਼ਨਸ ਜਾਣ ਬੁੱਝ ਕੇ ਮੈਂ ਥੋੜ੍ਹੀਆਂ ਜਿਹੀਆਂ ਥੱਲੇ ਕੀਤੀਆਂ ਹੁੰਦੀਆਂ ਨੇ ਕਿ ਕਿਸੇ ਨੂੰ ਵੀ ਦਿਖੇ ਨਾ ਮੈਨੂੰ ਦਿਖੇ ਨਾ ਤੁਹਾਨੂੰ ਦਿਖੇ। ਤੁਸੀਂ ਵੀ ਕੀ ਕਰਨਾ, ਜਿੱਦਾਂ ਪੜ੍ਹ ਰਹੇ ਹੋ ਨਾ, ਵੱਡਾ ਘੱਲੂਘਾਰਾ ਕਦੋਂ ਹੋਇਆ, ਇਸ ਤਰ੍ਹਾਂ ਲੈਂਡਸਕੇਪ ਮੋਡ ਦੇ ਉੱਤੇ, ਆਟੋ ਰੋਟੇਟ ਦੇ ਉੱਤੇ ਕਰ ਲਿਆ ਕਰੋ। ਠੀਕ ਹੈ, ਉਹਦੇ ਵਿੱਚ ਤੁਸੀਂ ਦੇਖਿਆ ਕਰੋ, ਫਿਰ ਤੁਸੀਂ ਇੱਕ ਨੂੰ ਚੈੱਕ ਕਰ ਲਿਆ, ਉਸ ਤੋਂ ਬਾਅਦ ਉਹਨੂੰ ਥੱਲੇ ਕਰੋ PDF ਨੂੰ ਜ਼ੂਮ ਕਰਕੇ, ਉਸ ਤੋਂ ਬਾਅਦ ਦੇਖੋ ਹਾਂ ਸਹੀ ਆ, ਠੀਕ ਆ, ਫਿਰ ਇਸ ਤਰ੍ਹਾਂ ਅੱਗੇ ਵਧਿਆ ਕਰੋ। ਸੋ ਇਹਨਾਂ ਨੂੰ ਮੈਂ ਅੱਡ ਇਸ ਲਈ ਨਹੀਂ ਦੇ ਰਿਹਾ ਕਿ ਤੁਹਾਡੀ ਜਿਹੜੀ ਰਿਵੀਜ਼ਨ ਟਾਈਮ ਨਾ, ਤੁਹਾਡਾ ਟਾਈਮ ਬਹੁਤ ਬਚੇਗਾ ਇਹਦੇ ਨਾਲ, ਕਿਉਂਕਿ ਅਗਰ ਤੁਸੀਂ ਅਲੱਗ ਤੋਂ, ਜਿੱਦਾਂ ਕਿ ਹੁਣ ਮੈਂ ਇੱਦਾਂ 22 ਕੁਐਸਚਨਾਂ ਦੀ ਅਲੱਗ ਤੋਂ ਆਨਸਰ ਕੀ ਦੇ ਦੂੰਗਾ, ਤੁਹਾਨੂੰ ਪਹਿਲਾਂ ਨਾਲ ਕਾਪੀ ਚੱਕਣੀ ਪਏਗੀ, ਕਾਪੀ ਦੇ ਉੱਤੇ ਤੁਸੀਂ ਲਿਖੋਗੇ ABCD, ਫਿਰ ਤੁਸੀਂ ਉਹਨੂੰ ਜਾਓਗੇ, ਉਹਨੂੰ ਤੁਸੀਂ ਮਿਲਾਓਗੇ, ਉਸ ਤੋਂ ਬਾਅਦ ਫਿਰ ਤੁਸੀਂ ਵਾਪਸ ਇਹਨੂੰ ਖੋਲਣੀ ਪੈਣੀ ਆ PDF ਤੁਹਾਨੂੰ। PDF ਖੋਲ ਕੇ ਤੁਸੀਂ ਦੇਖੋਗੇ ਯਾਰ ਮੇਰਾ ਆਹ ਵਾਲਾ ਕੁਐਸਚਨ ਗਲਤ ਹੋ ਗਿਆ, ਫਿਰ ਤੁਹਾਨੂੰ ਸਹੀ ਦਾ ਵੀ ਨਹੀਂ ਪਤਾ ਲੱਗਣਾ ਕਿ ਤੁਸੀਂ ਕਿਹੜਾ ਸਹੀ ਕੀਤਾ, ਐਕਚੁਅਲ 'ਚ ਤੁਸੀਂ ਸਹੀ ਕੀਤਾ ਜਾਂ ਤੁੱਕਾ ਮਾਰ ਕੇ ਸਹੀ ਕੀਤਾ। ਸੋ ਨਾਲ ਮੈਂ ਇਸੇ ਲਈ ਆਨਸਰ ਦੇ ਰਿਹਾ ਵਾਂ, ਇਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੋਏਗਾ, ਜਿਹੜੇ ਨਾਲ ਆਨਸਰ ਆਟੋ ਰੋਟੇਟ ਦੇ ਕਰਕੇ ਤੁਸੀਂ ਇਹਨੂੰ ਮੌਕ ਟੈਸਟ ਨੂੰ PDF ਦੇ ਵਿੱਚ ਵੀ ਕਰਨਾ ਵਾ। ਠੀਕ ਹੈ, ਇਸੇ ਤਰ੍ਹਾਂ ਜਿੰਨੇ ਵੀ ਕੁਐਸਚਨ ਹੋਣਗੇ ਮੇਰੇ ਇਸੇ ਤਰ੍ਹਾਂ ਆਏਗੀ PDF, ਬਸ ਲੁਕੋ ਕੇ ਕਰਨਾ ਵਾ, ਇਦਾਂ ਨਹੀਂ ਕਿ ਤੁਸੀਂ ਦੇਖਣਾ ਨਹੀਂਗਾ, ਉਹਨੂੰ ਚੀਟਿੰਗ ਨਹੀਂ ਕਰਨੀ ਗੀ, ਦੇਖ ਕੇ ਨਹੀਂ ਕਰਨਾਗਾ, ਸੋ ਲੁਕੋ ਕੇ ਕਰਨਾ ਵਾ। ਸੋ ਠੀਕ ਆ ਜੀ, ਹੁਣ ਆਪਣੀ ਕਲਾਸ 8 ਨੰਬਰ ਕਲਾਸ ਹੋ ਗਈ ਹੋਈ ਆ। 9 ਨੰਬਰ ਕਲਾਸ ਆਪਣੀ ਪੰਜਾਬ ਦੀ, ਹੁਣ ਆਪਣੀ ਜਿਹੜੀ ਪਹਿਲਾ ਤੇ ਦੂਜਾ ਆਪਣਾ ਐਂਗਲੋ ਸਿੱਖ ਵਾਰ ਹੋਏ ਸੀਗੇ, ਉਹ ਆਪਾਂ ਕਰਾਂਗੇ ਅਗਲੀ ਕਲਾਸ ਦੇ ਵਿੱਚ। ਸੋ ਹੁਣ ਆਪਣੀ ਕੱਲ੍ਹ ਨੂੰ ਜਾਂ ਪਰਸੋਂ ਨੂੰ, ਠੀਕ ਆ, ਮੈਂ ਕੋਸ਼ਿਸ਼ ਕਰੂੰਗਾ ਕਿ ਕੱਲ੍ਹ ਨੂੰ ਹੀ ਪੂਰੀ ਹੋਵੇ। ਸੋ ਤਿਆਰ ਕਰਨ ਨੂੰ, ਥੋੜ੍ਹਾ ਟਾਈਪ ਕਰਨ ਨੂੰ ਨਾ ਟਾਈਮ ਲੱਗ ਜਾਂਦਾ ਵਾ, ਇਹਦਾ ਜੋ ਕੰਟੈਂਟ ਹੋਏਗਾ ਪੰਜਾਬੀ ਤੇ ਅੰਗਰੇਜ਼ੀ 'ਚ ਤਿਆਰ ਕਰਦੇ ਹਾਂ ਆਪਾਂ। ਜੋ ਪੋਲਿਟੀ ਦੀਆਂ 18 ਕਲਾਸਾਂ ਹੋ ਚੁੱਕੀਆਂ ਨੇ। ਸੋ 19 ਨੰਬਰ ਕਲਾਸ ਆਪਾਂ ਹਾਈ ਕੋਰਟ ਤੇ ਜਿਹੜੀਆਂ ਉਹਦੇ ਅੰਡਰ ਅਦਾਲਤਾਂ ਹੁੰਦੀਆਂ ਨੇ ਉਹਨੂੰ ਡਿਟੇਲ 'ਚ ਕਰਾਂਗੇ, ਤੇ ਨਾਲ ਆਪਾਂ MCQ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਕਰਾਂਗੇ। ਇੰਪੋਰਟੈਂਟ ਟੌਪਿਕ ਹੀ ਆਪਾਂ ਕਰ ਰਹੇ ਹਾਂ ਪਹਿਲਾਂ, ਉਸ ਤੋਂ ਬਾਅਦ ਆਪਾਂ ਅਗਲੇ ਮਹੀਨੇ ਆਪਾਂ ਸਟੈਟਿਕ GK ਦੀ ਕਲਾਸ ਵੀ ਸ਼ੁਰੂ ਕਰ ਦੇਵਾਂਗੇ। ਠੀਕ ਹੈ ਜੀ। ਸੋ ਧੰਨਵਾਦ ਜੀ। ਹੁਣ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ, ਸੋ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ। ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਕਲਾਸ ਨੂੰ ਆਪਣੀ ਨੂੰ ਲਾਈਕ ਕਰ ਦਿਓ, ਜੇ ਤੁਹਾਨੂੰ ਵਧੀਆ ਨਹੀਂ ਲੱਗੀ ਤਾਂ ਇਹ ਵੀ ਤੁਹਾਡੇ ਤੇ ਡਿਪੈਂਡ ਕਰਦਾ ਕਿ ਆਪਾਂ ਕੋਈ ਗੱਲ ਨਹੀਂ, ਅੱਗੇ ਤੋਂ ਆਪਾਂ ਹੋਰ ਸੁਧਾਰ ਕਰ ਲਾਂਗੇ। ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਚੀਜ਼ ਇਦਾਂ ਦੀ ਲੱਗੇ ਕਿ ਇਹ ਚੀਜ਼, ਜਾਂ ਕੋਈ ਵੀ, ਕਈ ਵਾਰ ਇਦਾਂ ਹੁੰਦਾ ਵਾ ਨਾ। ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਵਾ, ਕਈ ਵਾਰ ਨਾ ਆਪਾਂ ਜਿੱਦਾਂ ਸਿੱਖ ਧਰਮ ਦਾ ਇਤਿਹਾਸ ਆਪਾਂ ਪੜ੍ਹ ਰਹੇ ਹਾਂ, ਕਈ ਵਾਰ ਨਾ ਮੂੰਹ ਦੇ ਵਿੱਚੋਂ ਨਾ ਉਚਾਰਨ ਗਲਤ ਹੋ ਜਾਂਦਾ ਵਾ ਕਿਸੇ ਚੀਜ਼ ਦਾ। ਸੋ ਜਦੋਂ ਆਪਾਂ ਪੜ੍ਹਾ ਰਹੇ ਹੁੰਦੇ ਹਾਂ, ਠੀਕ ਆ, ਜਾਂ ਪੜ੍ਹ ਵੀ ਰਹੇ ਹੁੰਦੇ ਹਾਂ ਨਾ ਫਲੋ ਦੇ ਵਿੱਚ, ਸੋ ਉਹਦੇ ਲਈ ਮੈਂ ਮਾਫੀ ਚਾਹੁੰਦਾ ਅਗਰ ਮੇਰੇ ਤੋਂ ਕੋਈ ਵੀ ਵਰਡ ਗਲਤ ਬੋਲਿਆ ਗਿਆ ਹੋਵੇ। 2 ਨੰਬਰ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀਗੀ, ਕਈ ਵਾਰ ਬੰਦੇ ਤੋਂ ਗਲਤੀ ਮਿਸਟੇਕ ਹੋ ਜਾਂਦੀ ਆ, ਤੇ ਕੋਈ ਤੁਹਾਨੂੰ ਉਹਦੇ ਵਿੱਚ ਕੋਈ ਮਿਸਟੇਕ ਵੀ ਦਿਖੇ ਤੇ ਤੁਹਾਨੂੰ ਲੱਗੇ ਕਿ ਇਹਦਾ ਇਹ ਹੋਣਾ ਚਾਹੀਦਾ, ਤਾਂ ਤੁਸੀਂ
ਕੁਐਰੀ ਆਪਦੀ ਕਮੈਂਟ ਬਾਕਸ ਦੇ ਵਿੱਚ ਦਰਜ ਕਰ ਦਿਓ। ਸੋ ਆਪਾਂ ਜਦੋਂ ਵੀ ਮੈਂ ਦੇਖਾਂਗਾ ਉਹਨੂੰ ਅਫੀਸ਼ੀਅਲ ਸੋਰਸ ਦੇ ਨਾਲ ਮਿਲਾ ਕੇ ਆਪਾਂ ਕਰ ਦਾਂਗੇ। ਵੈਸੇ ਆਪਾਂ ਅਫੀਸ਼ੀਅਲ ਡਾਟੇ ਨਾਲ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮਿਲਾ ਕੇ ਹੀ ਇਹ ਕਲਾਸ ਤਿਆਰ ਕੀਤੀ ਜਾਵੇ। ਠੀਕ ਹੈ ਜੀ। ਸੋ ਧੰਨਵਾਦ ਜੀ। ਹੁਣ ਤੁਸੀਂ ਆਪਣੀ ਕਲਾਸ ਨੂੰ ਇਹਨੂੰ ਸ਼ੇਅਰ ਜ਼ਰੂਰ ਕਰਨਾ ਅਤੇ ਸਬਸਕ੍ਰਾਈਬ ਅਤੇ ਲਾਈਕ ਕਰੋ। PDF ਆਪਾਂ ਸ਼ੇਅਰ ਕਰ ਦਿਆਂਗੇ। ਧੰਨਵਾਦ ਜੀ।